ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਗਰੀਬ ਨਿਵਾਜ ਦਾ ਤਾਰ ਪ੍ਰਭੂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਮਹਾਰਾਜ ਦਾ ਤਾਰ ਦਿਆਲੂ ਕਿਰਪਾਲੂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਗਰੀਬ ਨਿਵਾਜ ਦਾ ਤਾਰ ਪ੍ਰਭੂ ਜੀ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਮਹਾਰਾਜ ਤੁਰਕੀ ਬਾਣੀ ਦੀ ਵਿਚਾਰ ਦੁਆਰਾ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1394 ਅੰਗ ਦੇ ਉੱਪਰ ਸਾਹਿਬ ਬਚਨ ਕਰਦੇ ਨੇ। ਇਹ ਬਚਨ ਭੱਟਾਂ ਦੀ ਬਾਣੀ ਚੱਲ ਰਹੀ ਹੈ, ਭੱਟਾਂ ਦੇ ਸਵਈਏ ਤੇ ਭੱਟਾਂ ਦੇ ਵਿੱਚੋਂ ਤਾਂ ਭੱਟ ਪ੍ਰੇਮ ਪੂਰਵਕ ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਮਾ ਗਾਇਨ ਕਰਦੇ ਹੋਏ ਆ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਦਾਤਾਰ ਪ੍ਰਭੂ ਜੀ ਰਾਮਸਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਬੈਠੇ ਪਾਵਨ ਪਵਿੱਤਰ ਮਹਾਰਾਜ ਦੇ ਮੁਬਾਰਕ ਸਰੂਪ ਲਿਖੇ ਜਾ ਰਹੇ। ਭੱਟ ਆ ਕੇ ਆਪਣੀ ਬਾਣੀ ਉਚਾਰਦੇ ਨੇ, ਉਸਤੀ ਕਰਦੇ ਨੇ, ਮਹਾਰਾਜ ਤੋਂ ਅੰਦਰ ਦਾ ਸਕੂਨ ਪਏ ਹਾਸਲ ਕਰਦੇ ਨੇ। ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਦੀ ਉਪਮਾ ਕਰਦਿਆਂ ਭੱਟ ਸਾਹਿਬਾਨ ਹਿਰਦੇ ਦੇ ਅੰਦਰ ਇੰਨਾ ਕੁ ਉਜਾਲਾ, ਇੰਨਾ ਕੁ ਗਿਆਨ ਪ੍ਰਗਟ ਹੋਇਆ ਹੈ। ਸੰਸਾਰ ਦੀ ਮਲੀਨਤਾ ਕਿਵੇਂ ਖੋਈ ਜਾਵੇ, ਸੰਸਾਰ ਦੇ ਹਿਰਦੇ ਕਿਵੇਂ ਜਗਮਗਾਉਣ, ਸੰਸਾਰ ਕਿਵੇਂ ਰੁਸ਼ਨਾ ਜਾਵੇ, ਉਹ ਉਪਮਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਰ ਰਹੇ ਨੇ। ਭੱਟ ਜੀ ਕਹਿੰਦੇ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਚਰਨਾਂ ਤੇ ਜਿਹੜਾ ਆਉਂਦਾ ਹੈ, ਸਿਰ ਝੁਕਾਉਂਦਾ ਹੈ, ਹੱਥਾਂ ਨਾਲ ਸੇਵਾ ਕਰਦਾ ਹੈ, ਮਹਾਰਾਜ ਕਦਮਾਂ ਨਾਲ ਚੱਲ ਕੇ ਆਉਂਦਾ ਹੈ, ਨੇਤਰਾਂ ਨਾਲ ਦੀਦਾਰ ਕਰਦਾ ਹੈ, ਕੰਨਾਂ ਨਾਲ ਬਚਨਾਂ ਨੂੰ ਸੁਣਦਾ ਹੈ, ਮੇਰੀ ਸੱਚੀ ਸਰਕਾਰ ਉਹਦਾ ਸਮੁੱਚਾ ਜੀਵਨ ਹੀ ਜਿਹੜਾ ਹੈ ਜਦੋਂ ਸਿਰ ਤੇਰੇ ਚਰਨਾਂ ਤੇ ਝੁਕ ਜਾਂਦਾ ਹੈ ਤੇ ਸਫਲਤਾ ਨੂੰ ਹਾਸਲ ਕਰ ਲੈਂਦਾ ਹੈ, ਤੈਨੂੰ ਸਮਰਪਿਤ ਹੋ ਜਾਂਦਾ ਹੈ। ਜਿਨ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਗੁਣ ਗਾਇਨ ਕੀਤੇ, ਗੁਰੂ ਨੂੰ ਧਿਆਇਆ, ਗੁਰੂ ਦੇ ਗੁਣਾਂ ਨੂੰ ਗਾਇਆ, ਗੁਰੂ ਦੇ ਮਾਰਗ ਤੇ ਆਪਣੇ ਵੱਧਦੇ ਕਦਮਾਂ ਨੂੰ ਵਧਾਇਆ, ਟੋਰਿਆ, ਤੇ ਫਿਰ ਭੱਟ ਜੀ ਕਹਿੰਦੇ ਤੇ ਨਰ ਦੁਖ ਨ ਭੁੱਖ ਤੇ ਨਰ ਨੇ ਧਨ ਨਾਹ ਕਹੀਐ। ਭੱਟ ਜੀ ਬਚਨ ਕਰਦੇ ਨੇ, ਕਹਿੰਦੇ ਤੇ ਉਹ ਨਰ ਮਨੁੱਖ ਜਿਹੜਾ ਹੈ ਜਿਨ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਮਾਰਗ ਤੇ ਟੁਰ ਪਿਆ, ਮਾਰਗ ਦਾ ਪਾਂਧੀ ਬਣ ਗਿਆ,
ਮਹਾਰਾਜ ਕਹਿੰਦੇ ਉਸ ਨਰ ਮਨੁੱਖ ਨੂੰ ਕਦੇ ਵੀ ਦੁੱਖ ਨਹੀਂ, ਉਹ ਸਦਾ ਸੁਖ ਲੀਨ ਨੇ। ਉਹ ਦੁੱਖ ਖਤਮ ਹੋ ਜਾਂਦੇ ਨੇ, ਹਿਰਦਿਆਂ ਵਿੱਚ ਉਹਦੇ ਪ੍ਰਕਾਸ਼ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਨਾਨਕ ਭਗਤਾ ਸਦਾ ਵੇਗਾਸ, ਸੁਣਿਐ ਦੁਖ ਪਾਪ ਕਾ ਨਾਸ, ਦੁੱਖ ਦੂਰ ਨਹਿ ਭੁੱਖ। ਤੇ ਉਹਨੂੰ ਭੁੱਖ ਕਦੇ ਨਹੀਂ ਵਿਆਪਦੀ, ਅਸ ਤ੍ਰਿਸ਼ਨਾ ਅੰਦਰ ਨਹੀਂ ਆ ਕੇ ਖਲਦਲੀ ਮਚਾਉਂਦੀ, ਔਰ ਉਹ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਜਿਹੜੇ ਮਨੁੱਖ ਦੇ ਅੰਦਰ ਭਾਵਨਾ ਨਹੀਂ, ਉਹ ਹਿਰਦੇ ਤ੍ਰਿਪਤ ਨਹੀਂ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ, ਇੱਕ ਭਗਤ ਹੋਏ ਨੇ, ਉਹਨਾਂ ਦਾ ਨਾਮ ਤਖੱਲਸ ਸੀ ਭੀਖਾ, ਤੇ ਉਹਨਾਂ ਬੜੇ ਬੜੇ ਸੁੰਦਰ ਬਚਨ ਕੀਤੇ। ਕਹਿੰਦੇ ਭੀਖਾ ਭੁੱਖਾ ਕੋ ਨਹੀਂ, ਇੱਥੇ ਭੁੱਖਾ ਕੋਈ ਨਹੀਂ, ਸਭ ਰੱਜੇ ਹੋਏ ਨੇ, ਸਾਰਿਆਂ ਕੋਲ ਦੌਲਤ ਹੈ, ਦੌਲਤਮੰਦ ਨੇ। ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਖੋਲਤ ਜਾਣੇ ਨਹੀਂ, ਇਹ ਬਿਦ ਭਇਆ ਕੰਗਾਲ। ਕਹਿੰਦੇ ਭੀਖਿਆ ਇੱਥੇ ਭੁੱਖਾ ਕੋਈ ਨਹੀਂ, ਸਾਰਿਆਂ ਦੇ ਪੱਲੇ ਇੱਕ ਕੀਮਤੀ ਲਾਲ ਬੱਧਾ ਹੋਇਆ ਹੈ, ਸਾਰਿਆਂ ਦੀ ਪੰਡ ਦੇ ਵਿੱਚ ਇੱਕ ਲਾਲ ਬੱਧਾ ਹੋਇਆ ਹੈ, ਉਹ ਗੰਢ ਨੂੰ ਖੋਲ ਕੇ ਵੇਖਿਆ ਹੀ ਨਹੀਂ, ਇਹ ਬਿਦ ਭਇਆ ਕੰਗਾਲ। ਇਸ ਕਰਕੇ ਕੰਗਾਲਤਾ ਹੀ ਛਾਈ ਹੈ, ਮੰਗਤੇ ਬਣੇ ਹੋਏ ਨੇ। ਜੇ ਉਹ ਗੰਢ ਨੂੰ ਖੋਲ ਲਵੇ ਨਾ ਤੇ ਫੋਲ ਕੇ ਵੇਖ ਲਵੇ ਤੇ ਉਹਨੂੰ ਲਾਲ ਮਿਲ ਜਾਵੇ, ਕੀਮਤੀ ਲਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੇਵਲ ਉਹ ਗੰਢ ਨੂੰ ਖੋਲਿਆ ਨਹੀਂ, ਅੰਦਰ ਵਾਲੀ ਜਿਹੜੀ ਗੰਢ ਆ ਨਾ ਬੱਜੀ, ਉਹਨੂੰ ਖੋਲਿਆ ਨਹੀਂ, ਖੋਲਤ ਜਾਣੇ ਨਹੀਂ, ਜਾਣਦਾ ਹੀ ਨਹੀਂ ਖੋਲੀਏ ਕਿਵੇਂ। ਇਸ ਕਰਕੇ ਭੁੱਖਾ ਆ, ਉਹ ਲਾਲ ਇਹਦੇ ਅੰਦਰ ਨਾਮ ਦਾ, ਜਿਨ੍ਹਾਂ ਨੇ ਖੋਲ ਲਿਆ ਨਹਿ ਭੁੱਖ, ਉਹ ਕਦੇ ਭੁੱਖੇ ਨਹੀਂ, ਸਦਾ ਰਾਜੇ ਤ੍ਰਿਪਤ ਆਘਾਏ, ਉਹ ਰੱਜੇ ਹੋਏ ਨੇ। ਤੇ ਨਰ ਨੇ ਧਨ ਨਹੁ ਕਹੀਐ, ਉਸ ਮਨੁੱਖ ਨੂੰ ਧਨਹੀਨ ਨਾ ਕਹੋ। ਔਰ ਮਹਾਰਾਜ ਕਹਿੰਦੇ ਕਹੇ ਕਬੀਰ, ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਨਿਰਧਨ ਉਹ ਹੈ ਜਿਹਦੇ ਹਿਰਦੇ ਦੇ ਅੰਦਰ ਨਾਮ ਨਹੀਂ ਭਗਵਾਨ ਦਾ। ਮਹਾਰਾਜ ਕਹਿੰਦੇ ਉਹ ਨਰ ਜਿਹੜਾ ਤੇਰੇ ਚਰਨਾਂ ਤੇ ਆ ਗਿਆ, ਉਹਨੂੰ ਕੋਈ ਦੁੱਖ ਨਹੀਂ ਮਹਾਰਾਜ, ਕੋਈ ਭੁੱਖ ਨਹੀਂ, ਉਹਦੇ ਧਨ ਪੱਲੇ ਹੈ ਨਾਮ ਦਾ, ਗਿਆਨ ਦਾ ਧਨ ਉਹਦੇ ਪੱਲੇ ਹੈ, ਔਰ ਉਹਨੂੰ ਭੁੱਖਾ ਨਾ ਕਹੀਏ। ਤੇ ਨਰ ਸ਼ੋਕ ਨ ਹੂਐ, ਉਸ ਮਨੁੱਖ ਨੂੰ ਸ਼ੋਕ ਗਮ ਗੀਨਤਾ ਆਪਣੇ ਕਲਾਵੇ ਵਿੱਚ ਲੈ ਨਹੀਂ ਸਕਦੀ, ਉਹਦੇ ਜੀਵਨ ਵਿੱਚ ਉੱਪਰ ਗਮ ਉੱਠ ਨਹੀਂ ਸਕਦੇ, ਉਹਨੂੰ ਗਮ ਜਿਹੜਾ ਹੈ ਦੁੱਬਰ ਕਰ ਨਹੀਂ ਸਕਦੇ, ਗਮ ਉਹਨੂੰ ਔਰ ਸ਼ੋਕਾਤਰ ਦੇ ਵਿੱਚ ਦਬੋ ਨਹੀਂ ਸਕਦੇ। ਮਹਾਰਾਜ ਕਹਿੰਦੇ ਉਹਨੂੰ ਸ਼ੋਕ ਗਮਗੀਨਤਾ ਨਾ ਹੂਐ, ਨਹੀਂ ਹੁੰਦੀ, ਉਹ ਗਮ ਵਿੱਚ ਨਹੀਂ ਜਾਂਦਾ, ਉਹ ਪ੍ਰਭੂ ਦੇ ਭਾਣੇ ਵਿੱਚ ਰਹਿੰਦਾ। ਕੋਈ ਵਸਤੂ ਚਲੀ ਗਈ, ਕੋਈ ਜੀਵ ਚਲਾ ਗਿਆ ਹੈ, ਤੇ ਪ੍ਰਭੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ। ਤੇ ਨਰ ਸੇ ਅੰਤ ਨਾ ਲਹੀਐ, ਮਹਾਰਾਜ ਸੇ ਉਹ ਨਰ ਜਿਹੜੇ ਨੇ, ਇਹ ਤੇਰੇ ਭਾਣੇ ਨੂੰ ਮੰਨਣ ਵਾਲੇ, ਤੇਰੇ ਬਚਨਾਂ ਨੂੰ ਮੰਨਣ ਵਾਲੇ, ਤੇਰੇ ਮਾਰਗ ਤੇ ਤੁਰਨ ਵਾਲੇ, ਸਰੀਰ ਨੂੰ ਸਫਲਿਆ ਕਰਨ ਵਾਲੇ, ਮਹਾਰਾਜ ਉਹ ਮਨੁੱਖ ਵੀ ਤੇਰਾ ਅੰਤ ਨਾ ਲਈਏ, ਅੰਤ ਨਹੀਂ ਪਾਉਂਦੇ, ਬੇਅੰਤ ਵਿੱਚ ਖੁਦ ਨੂੰ ਮਿਲਾ ਦਿੰਦੇ ਨੇ, ਔਰ ਬੇਅੰਤ ਨੂੰ ਆਪਣੇ ਹਿਰਦੇ 'ਚ ਨਹੀਂ ਸਮਾਉਂਦੇ। ਕੋਈ ਬਾਲਕਾ ਨਾ, ਬਾਲਕਾ ਬੱਚਾ ਸਮੁੰਦਰ ਦੇ ਕਿਨਾਰੇ ਖੜਾ, ਤੇ ਹੱਥ ਵਿੱਚ ਉਹਦੇ ਛੰਨਾ ਪਕੜਿਆ ਹੋਇਆ, ਛੰਨੇ ਦਾ ਮਤਲਬ ਸਮਝਦੇ ਹੋ ਨਾ, ਅੱਜ ਦਾ ਬਾਟਾ ਕਹਿ ਲਓ, ਕੌਲਾ ਕਹਿ ਲਓ, ਉਦੋਂ ਛੰਨੇ ਹੁੰਦੇ ਸੀ ਪੁਰਾਣੇ। ਹੁਣ ਤਾਂ ਇਹ ਚੀਜ਼ਾਂ ਸਾਡੇ ਅਲੋਪ ਹੁੰਦੀਆਂ ਜਾ ਰਹੀਆਂ, ਖਤਮ ਹੁੰਦੀਆਂ ਜਾ ਰਹੀਆਂ।
ਤੇ ਉਸ ਫਕੀਰ ਨੇ ਪੁੱਛ ਲਿਆ ਵੀ ਬੇਟਾ ਰੋਣਾ ਕਿਉਂ, ਸਮੁੰਦਰ ਕਿਨਾਰੇ ਖੜਾ ਹੋਇਆ। ਕਹਿ ਲੱਗਾ ਬਾਬਾ ਮੈਂ ਰੋਣਾ ਇਸ ਕਰਕੇ ਆ, ਸਮੁੰਦਰ ਨੂੰ ਆਵਾਜ਼ਾਂ ਮਾਰਦਾ ਪਿਆ, ਮੇਰੇ ਬਾਟੇ ਵਿੱਚ ਆ ਜਾ, ਬਾਟੇ ਦੇ ਵਿੱਚ ਸਮਾ ਜਾ। ਤੇ ਫਕੀਰ ਸਿਆਣਾ ਸੀ, ਬੱਚਾ ਨਿਆਣਾ ਸੀ। ਕਹਿ ਲੱਗਾ ਬੇਟਾ ਬਾਟਾ ਹੈ ਤੇਰਾ ਨਿੱਕਾ ਜਿਹਾ, ਤੇ ਸਮੁੰਦਰ ਬਹੁਤ 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 ਵੱਡਾ, ਤੇਰੇ ਛੋਟੇ ਜਿਹੇ ਬਾਟੇ 'ਚ ਕਿਵੇਂ ਸਮਾ ਜਾਵੇਗਾ। ਕਹਿੰਦਾ ਬਾਬਾ ਇਹ ਵੀ ਹੋ ਸਕਦਾ। ਕਹਿੰਦਾ ਹਾਂ, ਉਹ ਤੇਰਾ ਬਾਟਾ ਬੇਟਾ ਛੋਟਾ ਹੈ, ਇਹੋ ਜਿਹੇ ਸੈਂਕੜੇ ਕੀ ਹਜ਼ਾਰਾਂ ਅਰਬਾਂ ਖਰਬਾਂ ਬਾਟੇ ਵੀ ਹੋਣ, ਸਮੁੰਦਰ ਉਹਨਾਂ 'ਚ ਵੀ ਨਹੀਂ ਸਮਾਏਗਾ, ਇਹ ਸਮੁੰਦਰ ਏ। ਤੇ ਉਸ ਬੱਚੇ ਨੇ ਕਿਹਾ, ਕਹਿੰਦੇ ਬਾਬਾ ਮੇਰਾ ਬਾਟੇ ਵਿੱਚ ਸਮੁੰਦਰ ਨਹੀਂ ਸਮਾਏਗਾ। ਕਹਿੰਦੇ ਹਾਂ, ਉਹਨੇ ਬਾਟਾ ਚੱਕ ਕੇ ਸਮੁੰਦਰ ਵਿੱਚ ਸਿੱਟਤਾ। ਕਹਿਣ ਲੱਗਾ ਬਾਬਾ ਜੇ ਸਮੁੰਦਰ ਮੇਰੇ ਬਾਟੇ 'ਚ ਨਹੀਂ ਸਮਾਏਗਾ, ਮੇਰਾ ਬਾਟਾ ਤਾਂ ਸਮੁੰਦਰ ਵਿੱਚ ਮਿਲ ਜਾਏਗਾ। ਫਕੀਰ ਨੇ ਬੱਚੇ ਦੇ ਚਰਨ ਪਕੜ ਲਏ, ਕਹਿੰਦਾ ਅੱਜ ਤੱਕ ਮੈਨੂੰ ਗਿਆਨ ਨਹੀਂ ਆਇਆ, ਮੈਂ ਆਵਾਜ਼ਾਂ ਮਾਰਦਾ ਰਿਹਾ, ਰੱਬਾ ਤੂੰ ਮੇਰੇ ਵਿੱਚ ਸਮਾ, ਤੂੰ ਮੇਰੇ ਹਿਰਦੇ 'ਚ ਆ। ਆਪਣੇ ਆਪ ਨੂੰ ਹੀ ਰੱਬ ਵਿੱਚ ਮਿਲਾ ਦਿਓ, ਆਪਣੇ ਆਪ ਨੂੰ ਮਿਲਾ ਦਿਓ। ਬੜਾ ਵੱਡਾ ਬ੍ਰਹਿਮੰਡ ਦੇ ਵਿੱਚ ਏਡਾ ਵੱਡਾ ਦਾਤਾ ਤੇਰੇ ਕਿਵੇਂ ਵਿੱਚ ਆਵੇਗਾ। ਤੈਨੂੰ ਇੱਕ ਕਿਰਨ, ਇੱਕ ਰੌਸ਼ਨੀ ਦੇਵੇਗਾ। ਉਸ ਬਚਨਾਂ ਤੇ ਮਾਰਗ ਤੇ ਚੱਲ ਕੇ ਉਹਦੇ ਵਿੱਚ ਆਪਣੇ ਆਪ ਨੂੰ ਸਮਾ, ਉਹਦੇ ਵਿੱਚ ਮਿਲਾ ਆਪਣੇ ਆਪ ਨੂੰ। ਕਹਿਣ ਲੱਗੇ ਉਹ ਮਨੁੱਖ ਨੂੰ ਕੋਈ ਭੁੱਖ ਨਹੀਂ, ਕੋਈ ਦੁੱਖ ਨਹੀਂ, ਕੋਈ ਸੋਗ ਨਹੀਂ, ਕੋਈ ਗਮ ਨਹੀਂ। ਉਹ ਮਨੁੱਖ ਜਿਹੜਾ ਅੰਤ ਨਹੀਂ ਲੈਂਦਾ, ਬੇਅੰਤ ਦੇ ਵਿੱਚ ਮਿਲ ਜਾਂਦਾ ਹੈ। ਤੇ ਨਰ ਸੇਵ ਨਾ ਕਰ ਹੈ, ਤੇ ਨਰ ਸਹਿ ਸਮਪੈ। ਉਹ ਮਨੁੱਖ ਜਿਹੜਾ ਜਿਹਨੇ ਗੁਰੂ ਅਮਰਦਾਸ ਸਾਹਿਬ ਦੇ ਦੀਦਾਰ ਕਰ ਲਏ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਉਪਦੇਸ਼ ਕਮਾ ਲਿਆ, ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕੀਤੀ ਤੇ ਜੀਵਨ ਅੰਦਰ ਬਚਨਾਂ ਨੂੰ ਲਾਗੂ ਕਰ ਲਿਆ, ਉਹ ਨਰ ਮਨੁੱਖ ਜਿਹੜਾ ਹੈ ਨਾ, ਹੋਰ ਕਿਸੇ ਦੀ ਸੇਵਾ ਨਹੀਂ ਕਰਦਾ, ਹੋਰ ਕਿਸੇ ਪਾਸੇ ਨਹੀਂ ਜਾਂਦਾ। ਉਹ ਮਨੁੱਖ ਉਹ ਕੇਵਲ ਗੁਰੂ ਅਮਰਦਾਸ ਮਹਾਰਾਜ ਦਾ ਹੋ ਕੇ ਰਹਿ ਜਾਂਦਾ ਹੈ। ਤੇ ਨਰ ਸੇਵ ਨਾ ਕਰ ਹੈ, ਉਹ ਨਰ ਮਨੁੱਖ ਕਿਸੇ ਹੋਰ ਦੀ ਸੇਵਾ ਨਹੀਂ ਕਰਦਾ, ਆਪਣੇ ਸਤਿਗੁਰੂ ਨੂੰ ਛੱਡ ਕੇ ਆਪਣੇ ਗੁਰੂ ਦੇ ਨਾਲ ਜੁੜ ਜਾਂਦਾ ਹੈ, ਗੁਰੂ ਦੀ ਸੇਵਾ ਕਮਾਉਂਦਾ ਆ। ਤੇ ਨਰ ਸਹਿ ਸਮਪੈ ਹੈ। ਕਹਿੰਦੇ ਉਹ ਨਰ ਮਨੁੱਖ ਜਿਹੜਾ ਨਾ ਸੈਂਕੜੇ, ਤੇ ਜਿਹੜੇ ਸੈਂਕੜੇ ਆ ਨਾ, ਤੇ ਸਹਿ ਹਜ਼ਾਰਾਂ ਸਮਪੈ। ਔਰ ਕਹਿੰਦੇ ਉਹ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ ਕਮਾ ਕੇ ਮਨੁੱਖ ਤੇ ਸੈਂਕੜੇ ਦਾਤਾਂ ਪ੍ਰਾਪਤ ਕਰਦਾ ਹੈ, ਤੇ ਹਜ਼ਾਰਾਂ ਦੇ ਹਿਰਦਿਆਂ ਦੇ ਅੰਦਰ ਚਾਨਣ ਕਰਦਾ ਹੈ। ਤੇ ਉਹ ਜਿਹੜਾ ਨਰ ਆ ਨਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸੈਂਕੜਿਆਂ ਨੂੰ ਪੈਦਾ ਕਰਨ ਵਾਲਾ, ਹਜ਼ਾਰਾਂ ਦੀ ਤਾਦਾਦ ਅੰਦਰ ਹਿਰਦਿਆਂ 'ਚ ਪ੍ਰਕਾਸ਼ ਬਖਸ਼ਣ ਵਾਲਾ ਵਾਹਿਗੁਰੂ ਆ ਨਾ, ਉਹ ਮਨੁੱਖ ਉਹਨੂੰ ਐਡਾ ਵੱਡਾ ਦਾਤਾ ਜਾਣ ਕੇ ਆਪਣੇ ਆਪ ਨੂੰ ਪਰਮਾਤਮਾ ਦੇ ਸਮਰਪੈ ਕੀਏ ਸਮਰਪਣ ਕਰ ਦਿੰਦਾ ਹੈ, ਉਹਦੇ ਸਬੁਰਦ ਕਰ ਦਿੰਦਾ ਹੈ, ਉਹਨੂੰ ਸੌਂਪ ਦਿੰਦਾ ਹੈ ਕਿ ਮਹਾਰਾਜ ਤਨ ਵੀ ਤੇਰਾ ਹੈ, ਮਨ ਵੀ ਤੇਰਾ ਹੈ, ਧਨ ਵੀ ਤੇਰਾ ਹੈ, ਇਹ ਸਭ ਕੁਝ ਤੇਰਾ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ, ਫਿਰ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਤੇ ਨਰ ਦੁਲੀਚੇ ਬਹਿ, ਤੇ ਨਰ ਉਥਪ ਬੇਥਪੈ। ਉਹ ਨਰ ਦੁਲੀਚੇ, ਜਿਹਨੂੰ ਸੁੰਦਰ ਗਲੀਚੇ ਕਹਿੰਦੇ ਨਾ, ਪਹਿਲਾਂ ਇਹਨਾਂ ਦੀ ਬੜੀ ਅਹਿਮੀਅਤ ਹੁੰਦੀ ਸੀ, ਬਈ ਫਲਾਨਾ ਆਇਆ ਤੇ ਉਹਨੇ ਗਲੀਚਾ ਕੱਢ ਕੇ ਵਿਛਾਇਆ ਬੜਾ ਸੁੰਦਰ। ਮਹਾਰਾਜ ਕਹਿੰਦੇ ਉਹ ਨਰ ਜਿਹੜਾ ਗੁਰੂ ਅਮਰਦਾਸ ਸਾਹਿਬ ਨੂੰ ਜਪਦਾ ਹੈ ਨਾ, ਸੰਸਾਰ ਦੇ ਗਲੀਚੇ ਆਦਿ ਦੀ ਕੋਈ ਕੀਮਤ ਤੇ ਕੁਝ ਕੀਮਤ ਤੇ ਮਿਲ ਸਕਦਾ ਹੈ, ਤੇ ਉਹ ਕੋਈ ਵੀ ਲਿਆ ਕੇ ਬੈਠ ਸਕਦਾ ਹੈ। ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਪਿਆਰਾ ਹੈ ਨਾ, ਉਹ ਗਿਆਨ ਦਾ ਗਲੀਚਾ ਵਿਛਾ ਕੇ ਬੈਠਦਾ ਹੈ, ਗਿਆਨ ਦੇ
ਤਖਤ ਉੱਪਰ ਬੈਠਦਾ ਹੈ, ਉਹ ਹਿਰਦੇ ਵਿੱਚ ਗਿਆਨ ਦੇ ਆਸਣ ਤੇ ਬੈਠਦਾ ਹੈ। ਤੇ ਫਿਰ ਉਹ ਕੀ ਕਰਦਾ, ਤੇ ਨਰ ਉਥਪ ਬੇਥਪੈ। ਮੇਰਾ ਵਾਹਿਗੁਰੂ ਕੀ ਕਿਰਪਾ ਕਰਦਾ ਹੈ ਐਸੇ ਗਿਆਨਵਾਨ ਦੇ ਹਿਰਦੇ ਦੇ ਅੰਦਰ ਜਿਹੜਾ ਅਗਿਆਨ ਹੈ ਨਾ, ਅਗਿਆਨ ਬੇਸਮਝੀ, ਉਹਨੂੰ ਔਰ ਜਿਹੜਾ ਹੈ ਥੱਪ ਕਹੀਏ ਉਖੇੜ ਦਿੰਦਾ ਹੈ। ਹਿਰਦੇ ਦੇ ਅੰਦਰੋਂ ਅਗਿਆਨ ਨੂੰ, ਅਵਗਨਾਂ ਨੂੰ ਔਰ ਵਾਸ਼ਨਾਵਾਂ ਨੂੰ, ਬਦਫੈਲੀਆਂ ਨੂੰ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਬਖਸ਼ਿਸ਼ ਅੰਦਰੋਂ ਉਖੇੜ ਦਿੰਦੀ, ਪੱਟ ਦਿੰਦੀ ਏ ਦੁੱਖਾਂ ਨੂੰ ਉਸ ਮਨੁੱਖ ਦੇ ਹਿਰਦੇ ਵਿੱਚੋਂ। ਤੇ ਗਿਆਨ, ਪ੍ਰਕਾਸ਼, ਸਕੂਨ, ਸ਼ਾਂਤੀ, ਠਰਮਾ, ਇਹ ਦਾਤਾਂ ਵਾਹਿਗੁਰੂ ਬੇਥੱਪੈ ਸਥਾਪਿਤ ਕਰ ਦਿੰਦਾ ਹੈ ਉਹਦੇ ਹਿਰਦੇ ਵਿੱਚ। ਜਿਹੜਾ ਜਪਦਾ, ਜਿਹੜਾ ਗੁਰੂ ਵੱਲ ਨੂੰ ਟੁਰਦਾ, ਸੁਖ ਲਹੈ ਤੇ ਨਰ ਸੰਸਾਰ ਮੈਂ। ਜਿਹਦੇ ਹਿਰਦੇ ਵਿੱਚ ਗਿਆਨ, ਇਹ ਸ਼ੁਭ ਗੁਣ ਔਰ ਸਥਾਪਿਤ ਹੋ ਗਏ, ਭੱਟ ਜੀ ਕਹਿੰਦੇ ਉਹ ਮਨੁੱਖ ਸੰਸਾਰ ਦੇ ਵਿੱਚ ਸੁੱਖਾਂ ਨੂੰ ਪ੍ਰਾਪਤ ਕਰਦਾ ਹੈ। ਇੱਥੇ ਵੀ ਸੁੱਖ ਮਾਣਦਾ ਹੈ, ਸੁਖੀ ਜੀਵਨ ਬਸਰ ਕਰਦਾ ਹੈ, ਅੱਗੇ ਪਰਮਾਤਮਾ ਦੇ ਮਿਲਾਪ ਨਾਲ ਸੁੱਖ ਪ੍ਰਾਪਤ ਕਰਦਾ ਹੈ। ਮਹਾਰਾਜ ਕਹਿੰਦੇ ਨੇ, ਔਰ ਫਿਰ ਕੀ ਹੁੰਦਾ, ਅਭੈ ਪਟ ਰਿਪ ਮਦ ਤੇ। ਮਹਾਰਾਜ ਕਹਿੰਦੇ ਫਿਰ ਸੰਸਾਰ ਦੇ ਅੰਦਰ ਭੈ ਬੜੇ ਪ੍ਰਕਾਰ ਦਾ ਬਣਿਆ, ਡਰ ਬੜੇ ਪ੍ਰਕਾਰ ਦਾ ਬਣਿਆ। ਭੱਟ ਸਾਹਿਬਾਨ ਕਹਿੰਦੇ ਨੇ, ਕਹਿੰਦੇ ਵਾਹਿਗੁਰੂ ਜੀ ਜਿਹੜਾ ਅਭੈ, ਭੈ ਤੋਂ ਰਹਿਤ ਹੋਣਾ, ਇਹ ਅਭੈ ਰੂਪ ਉਹਨੇ ਪੱਟ ਬਸਤਰ ਪਹਿਨਿਆ ਹੋਇਆ। ਤੇ ਰਿਪ ਵੈਰੀ ਜਿਹੜੇ ਵਿਕਾਰ, ਦੁਰਾਚਾਰ, ਦੁੱਖ, ਰੋਗ, ਕਲੇਸ਼ ਆਦਿ ਨਾ, ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਮੱਧ ਵਿੱਚ ਉਹਦਾ ਕੁਝ ਨਹੀਂ ਵਿਗਾੜ ਸਕਦੇ। ਉਹ ਨਿਰਭੈ ਹੋ ਕੇ ਸੰਸਾਰ ਵਿੱਚ ਜਿਉਂਦਾ। ਉਹਨੇ ਨਿਰਭੈ ਰੂਪ ਬਸਤਰ ਪਹਿਨ ਲਿਆ, ਸੰਸਾਰ ਵਿੱਚ ਰਹਿ ਕੇ। ਸਕਿਅਥ ਤੇ ਨਰ ਜਾਲ ਭੁਪਣੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹ। ਪ੍ਰੇਮ ਸਹਿਤ ਭੱਟ ਜਲਪ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਸਤਤ ਕਰਦੇ ਆ। ਕਹਿ ਲੱਗੇ ਤੇ ਨਰ, ਉਹ ਨਰ, ਉਹ ਮਨੁੱਖ ਜਿਹੜਾ ਐਸੇ ਗੁਣਾਂ ਵਾਲਾ, ਐਸੀ ਭਾਵਨਾ ਵਾਲਾ ਹੈ ਨਾ, ਕਹਿੰਦੇ ਉਹ ਸਕਿਅਤ ਸਫਲ ਏ ਸੰਸਾਰ ਵਿੱਚ ਰਹਿੰਦਾ ਹੋਇਆ। ਕਿਹੜਾ ਮਨੁੱਖ ਸਫਲ ਏ, ਗੁਰ ਅਮਰਦਾਸ ਸੋ ਪ੍ਰਸੰਨ ਜਿਹ। ਜਿਹਦੇ ਉੱਪਰ ਗੁਰੂ ਅਮਰਦਾਸ ਮਹਾਰਾਜ ਪ੍ਰਸੰਨ ਹੋ ਗਏ, ਤੁਰੁੱਠ ਗਏ ਔਰ ਰਹਿਮਤ ਬਰਸਾਉਣ ਵਾਲੇ ਹੋ ਗਏ। ਮਹਾਰਾਜ ਦੀ ਉਸਤਤ ਕਰਦਿਆਂ ਕਹਿੰਦੇ, ਤੈ ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਆ। ਹੇ ਗੁਰੂ ਅਮਰਦਾਸ ਮਹਾਰਾਜ, ਤੁਸਾਂ ਨੇ ਪੜਿਓ ਇੱਕ, ਗੁਰੂ ਅੰਗਦ ਦੇਵ ਮਹਾਰਾਜ ਤੋਂ ਇੱਕ ਪਰਮਾਤਮਾ ਦੀ ਬਾਬਤ ਸਬਕ ਨੂੰ ਪੜਿਆ, ਹੋਰ ਕੁਝ ਪੜਿਆ ਹੀ ਨਹੀਂ। ਦੁਵੈਤ ਬਾਰੇ, ਦੂਜੇ ਬਾਰੇ, ਕੋਈ ਦੂਜਾ ਟਿਕਾਣਾ ਹੈ ਉਹਦੇ ਬਾਰੇ ਨਹੀਂ ਪੁੱਛਿਆ। ਜੋ ਪੁੱਛਿਆ ਤੇ ਜੋ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਦੱਸਿਆ, ਪੜਾਇਆ, ਸਬਕ ਔਰ ਸਿੱਖਿਆ ਦਿੱਤੀ, ਉਹ ਇੱਕ ਨੂੰ ਹੀ ਤੁਸੀਂ ਪੜ੍ਹਿਆ ਤੇ ਤੁਹਾਨੂੰ ਪੜ੍ਹਾਇਆ ਗਿਆ ਹੈ। ਤੇ ਉਹਨੂੰ ਪੜ੍ਹ ਕੇ ਤੇ ਫਿਰ ਇੱਕ ਮਨ ਧਰਿਓ, ਇੱਕ ਪਰਮਾਤਮਾ ਦਾ ਉਪਦੇਸ਼, ਇੱਕ ਪਰਮਾਤਮਾ ਦੀ ਸਿੱਖਿਆ, ਇੱਕ ਦੇ ਬਚਨ, ਉਸ ਇੱਕ ਨੂੰ ਆਪਣੇ ਹਿਰਦੇ ਅੰਦਰ ਟਿਕਾਇਆ। ਬਹੁਤਾਦ ਅੰਦਰ ਗੁਸਤਾਖੀ ਮਾਫ, ਅਸੀਂ ਇੱਕ ਦੀ ਵਿਚਾਰਧਾਰਾ ਸੁਣਦੇ ਹਾਂ, ਪਰ ਹਿਰਦਿਆਂ ਅੰਦਰ ਪਤਾ ਨਹੀਂ ਕਿੰਨੀਆਂ ਕੁ ਤਰੰਗਾਂ ਉੱਠਦੀਆਂ ਨੇ, ਕਿੰਨੇ ਕੁ ਡੇਰੇ, ਕਿੰਨੇ ਕੁ ਬਾਬੇ, ਕਿੰਨੇ ਕੁ ਗੁਰੂ ਨਜ਼ਰ ਆਉਂਦੇ ਨੇ। ਗੁਰੂ ਅਮਰਦਾਸ ਸਾਹਿਬ ਨੇ ਇੱਕੋ ਵੇਰ ਸੰਸਾਰ ਵਿੱਚ ਆ ਕੇ ਔਰ ਇੱਕ ਗੁਰੂ ਤੋਂ ਉਪਦੇਸ਼ ਸੁਣ ਕੇ, ਇੱਕੋ ਸਿੱਖਿਆ ਨੂੰ ਪੜ੍ਹ ਕੇ, ਇੱਕੋ ਪਰਮਾਤਮਾ ਨੂੰ ਹਿਰਦੇ ਵਿੱਚ ਟਿਕਾਇਆ। ਤੇ ਇੱਕ ਔਰ ਇੱਕ ਨੂੰ ਟਿਕਾ ਕੇ ਕਰ ਇੱਕ ਪਛਾਣਿਓ। ਜਿਹੜਾ ਇੱਕ ਪਰਮਾਤਮਾ ਹਿਰਦੇ 'ਚ ਧਰਿਆ ਸੀ ਨਾ, ਮਹਾਰਾਜ ਮਿਹਰ ਕਰਦੇ ਨੇ, ਕਰ ਇੱਕ ਪਛਾਣਿਓ ਨੂੰ ਇੱਕ ਜਾਣ ਕੇ ਪਹਿਚਾਣ ਕੀਤੀ, ਦੂਜਾ ਤੁਹਾਨੂੰ ਨਜ਼ਰ ਹੀ ਨਹੀਂ ਆਇਆ।
ਦੂਜਾ ਕੋਈ ਹੈ ਹੀ ਨਹੀਂ। ਮਹਾਰਾਜ ਨੇ ਵੀ ਬਚਨ ਕੀਤੇ, ਦੂਜਾ ਕਾਹੇ ਸਿਮਰਿਐ ਜੋ ਜੰਮੈ ਤੈ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਾ ਸਮਾਏ। ਉਹਨੂੰ ਇੱਕ ਨੂੰ ਸਿਮਰਿਆ ਤੇ ਇੱਕ ਦੀ ਪਹਿਚਾਨ ਕਰ ਲਈ ਕਿ ਇਹੀਓ ਮਾਲਕ ਏ, ਇਹਦੇ ਬਗੈਰ ਦੂਜਾ ਕੋਈ ਹੈ ਨਹੀਂ। ਜੇ ਬਾਹਰ ਸੁਰਤ ਤੋਂ ਉਥਾਨ ਹੁੰਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦਿਸਦੇ, ਤੇ ਜੇ ਲਿਵਲੀਨ ਹੁੰਦੇ ਆ ਤਾਂ ਵੀ ਗੁਰੂ ਅੰਗਦ ਦੇ ਮਹਾਰਾਜ ਨੇਤਰ ਬੰਦ ਕਰਕੇ ਔਰ ਉਹਨਾਂ ਦੇ ਦੀਦਾਰ ਹੁੰਦੇ ਨੇ। ਉਹਨਾਂ ਤੋਂ ਬਗੈਰ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ। ਨੈਣ ਬਾਇ ਨਾ ਮੋਹਿ ਏਕਾ, ਇੱਕ ਦੋਇ ਠਾਏ ਨਾ ਜਾਣਿਓ। ਮਹਾਰਾਜ ਨੈਣ ਨੇਤਰ, ਇਹਨਾਂ ਦੇ ਅੰਦਰ ਤੇਰੀ ਇੱਕ ਦੀ ਤਸਵੀਰ ਵਸੀ ਹੋਈ ਆ। ਇਹ ਅੱਖਾਂ ਤੇਰੇ ਤੋਂ ਬਗੈਰ ਕਿਸੇ ਦੂਜੇ ਨੂੰ ਤੱਕਣਾ ਨਹੀਂ ਚਾਹੁੰਦੀਆਂ, ਤੇਰਾ ਹੀ ਦਰਸ਼ਨ ਦੀਦਾਰ ਕਰਦੀਆਂ ਨੇ। ਮਹਾਰਾਜ ਮਿਹਰ ਕਰਦੇ ਨੇ। ਔਰ ਬੈਨ ਮੈਨਾ ਕੰਨਾਂ ਦੇ ਵਿੱਚ ਬਚਨ ਸੁਣਨੇ। ਮਹਾਰਾਜ ਕੰਨਾਂ ਦੁਆਰਾ ਬਚਨ ਸੁਣੇ ਤੇ ਤੇਰੇ ਬੈਨ ਬੋਲਣਾ ਕੀਤਾ ਹੈ ਜ਼ਬਾਨ ਨਾਲ, ਤੇ ਉਹ ਤੇਰੇ ਹੀ ਬੋਲ ਬੋਲੇ, ਤੇਰੀ ਹੀ ਉਸਤਤੀ ਗਾਈ, ਤੇਰੇ ਹੀ ਬਚਨ ਬੋਲੇ, ਕਿਸੇ ਦੂਜੇ ਦੇ ਲਈ ਨਹੀਂ ਬੋਲੇ। ਔਰ ਮਹਾਰਾਜ ਮੂੰਹ ਮੁਖ ਦੇ ਨਾਲ ਉਚਾਰਿਆ ਤੇ ਤਾਂ ਤੇਰੇ ਬੋਲ ਨੇ। ਮਹਾਰਾਜ ਤੂੰ ਇੱਕ ਹੈ, ਇੱਕ ਦੋਏ ਠਾਏ ਨਾ ਜਾਣਿਓ। ਤੈਨੂੰ ਇੱਕ ਨੂੰ ਛੱਡ ਕੇ ਦੋਏ ਦੂਜੀ ਠਾਏ ਜਗ੍ਹਾ ਨਹੀਂ ਵੇਖੀ, ਕੋਈ ਦੂਜੀ ਜਗ੍ਹਾ ਨਹੀਂ ਦੇਖੀ। ਬਈ ਉਹ ਵੀ ਜਗ੍ਹਾ ਹੈਗੀ, ਜੇ ਇਹਨੇ ਮੇਰਾ ਕੰਮ ਨਾ ਕੀਤਾ ਤੇ ਮੈਂ ਉਹਦੇ ਤੋਂ ਕਰਵਾ ਲਵਾਂਗਾ, ਮੇਰੇ ਲਈ ਤਾਂ ਦੂਜਾ ਥਾਂ ਹੀ ਕੋਈ ਨਹੀਂ। ਮਹਾਰਾਜ ਸੱਚੀ ਸਰਕਾਰ ਤੁਹਾਡੀ ਕਿਰਪਾ ਦੇ ਨਾਲ ਇੱਕ ਦੋਏ ਠਾਏ ਨਾ ਜਾਣਿਓ। ਜਿੱਦਣ ਇੱਕ ਨਾਲ ਜੁੜ ਗਏ ਨਾ, ਅੰਦਰ ਦੋਹੇ ਜਿਹੜੀ ਦਵੈਤ ਭਾਵਨਾ ਸੀ, ਦੁਬਦਾ ਸੀ ਨਾ, ਮਹਾਰਾਜ ਉਹਨੂੰ ਨਸ਼ਟ ਕਰ ਦਿੱਤਾ। ਉਹਦੇ ਲਈ ਜਗ੍ਹਾ ਹੀ ਕੋਈ ਨਾ ਰਹਿ ਗਈ ਅੰਦਰ, ਔਰ ਉਹ ਅੰਦਰੋਂ ਖਤਮ ਕਰ ਦਿੱਤੀ, ਉਹਦੀ ਥਾਂ ਹੀ ਕੋਈ ਨਹੀਂ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹਦੇ ਬਾਬਤ ਕੋਈ ਦੂਜੀ ਜਗ੍ਹਾ ਹੀ ਨਹੀਂ। ਸੁਪਨ ਇੱਕ ਪਰਤਖ ਇੱਕ ਇੱਕ ਸਮੈਲੀਨੋ। ਮਹਾਰਾਜ ਜੇ ਸੁਪਨਾ ਆਉਂਦਾ ਹੈ ਨਾ, ਸੁੱਤਿਆਂ ਸੁਪਨ ਅਵਸਥਾ, ਉਹਦੇ ਵਿੱਚ ਵੀ ਤੂੰ ਨਜ਼ਰ ਆਉਣਾ ਹੈ। ਤੇਰੇ ਬੋਲ, ਤੇਰੇ ਕਰਤੱਵ ਨਜ਼ਰ ਆਉਂਦੇ, ਕੌਤਕ ਨਜ਼ਰ ਆਉਂਦੇ ਆ। ਸੁਪਨੇ ਵੀ ਤੇਰੇ ਹੀ ਆਉਂਦੇ ਨੇ, ਸੁਪਨਿਆਂ ਵਿੱਚ ਯਾਦ ਵੀ ਤੇਰੀ ਆਉਂਦੀ ਆ। ਔਰ ਸ਼ਾਇਰ ਲਿਖਦਾ ਹੈ, ਸੁਪਨਿਆਂ ਤੂੰ ਸੁਲਤਾਨ ਹੈ। ਔਰ ਕਹਿਣ ਲੱਗੇ ਇਹ ਤੂੰ ਏਡਾ ਵੱਡਾ ਬਾਦਸ਼ਾਹ ਹੈ ਕਿ ਜਿਹੜੇ ਕਈ ਵਰਿਆਂ ਦੇ ਵਿਛੜੇ ਹੁੰਦੇ ਆ ਨਾ, ਤੂੰ ਉਹਨਾਂ ਨੂੰ ਰਾਤ ਨੂੰ ਲਿਆ ਕੇ ਮਿਲਾ ਦੇਣਾ, ਐ ਉਹਨਾਂ ਨਾਲ ਗੱਲਾਂ ਕਰਾ ਦੇਣਾ। ਜੀਵਨ ਕਈ ਜਨਮਾਂ ਤੋਂ ਵਿਛੜਿਆ ਹੋਇਆ ਹੈ, ਜਨਮਾਂ ਜਨਮਾਂਤਰਾਂ ਤੋਂ। ਔਰ ਕਹਿਣ ਲੱਗੇ ਤੇ ਸੁਪਨੇ ਅੰਦਰ ਉਹ ਮਾਲਕ ਦਾ ਦੀਦਾਰ ਹੋ ਗਿਆ। ਤਾਂ ਮਹਾਰਾਜ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸੁਪਨੇ ਹੂੰ ਬਰਡਾਈ ਕੈ, ਜੇ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਔਰ ਮੇਰੇ ਤਨ ਦਾ ਚਮੜਾ ਉਤਾਰ ਕੇ, ਜਿਹਨੂੰ ਸੁਪਨੇ ਵਿੱਚ ਦੀਦਾਰ ਹੁੰਦੇ ਨੇ ਨਿਰੰਕਾਰ ਦੇ ਨਾ, ਸੁਖੁਪਤੀ ਅਵਸਥਾ ਅੰਦਰ ਸੁਪਨ ਦਰਸ਼ਨ ਹੁੰਦੇ ਆ ਨਾ, ਕਹਿ ਲੱਗੇ ਉਹਦੇ ਚਰਨਾਂ 'ਚ ਜੋੜਾ ਬਣਾ ਕੇ ਪਾ ਦਿਓ। ਸੁਪਨਿਆਂ ਤੂੰ ਸੁਲਤਾਨ ਹੈ, ਉੱਤਮ ਤੇਰੀ ਜਾਤ, ਕਈ ਵਰਿਆਂ ਦੇ ਵਿਛੜੇ ਆਨ ਮਲਾਵੇਂ ਰਾਤ। ਤੂੰ ਲਿਆ ਕੇ ਉਹਨਾਂ ਨੂੰ ਮਿਲਾ ਦੇਣਾ ਹੈ। ਕਹਿ ਲੱਗੇ ਸੁਪਨਾ ਵਿੱਚ ਵੀ ਇੱਕ ਦਿਸਿਆ, ਇੱਕ ਦੀ ਯਾਦ ਆਈ, ਮੇਰੇ ਵੈਗੁਰੂ ਤੂੰ ਇੱਕ ਨਾਲ ਮਿਲਾਇਆ। ਔਰ ਸੱਚੇ ਪਾਤਸ਼ਾਹ ਪ੍ਰਤੱਖ ਜਦੋਂ ਜਾਗ੍ਰਿਤੀ ਅਵਸਥਾ ਵਿੱਚ ਆਏ, ਜਾਗੇ ਉੱਠੇ, ਸੁਪਨੇ ਵਿੱਚ ਵੀ ਤੇਰੀ ਸੇਵਾ, ਤੇਰੇ ਦੀਦਾਰ, ਤੇ ਜਦੋਂ ਜਾਗੇ ਤੇ ਪ੍ਰਤੱਖ ਵੀ ਦੀਦਾਰ ਤੇਰਾ ਹੀ ਹੋਇਆ, ਦੂਜਾ ਕੋਈ ਨਹੀਂ। ਮਹਾਰਾਜ ਇੱਕ ਸਮੈਲੀਨੋ, ਉਸ ਇੱਕ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਗਏ, ਸੁਰਤ ਜੋੜ ਲਈ ਉਸੇ ਦੇ, ਜਿਹਨੂੰ ਪ੍ਰਤੱਖ ਇੱਕ ਨੂੰ ਦੇਖਿਆ, ਜਿਹਨੂੰ ਸੁਪਨੇ ਵਿੱਚ ਦੀਦਾਰ ਕੀਤਾ, ਉਹਦੇ ਵਿੱਚ ਸੁਰਤ ਜੋੜ ਕੇ ਲਿਵਲੀਨ ਹੋ ਗਏ। ਗੁਰੂ ਅਮਰਦਾਸ ਸਾਹਿਬ
तीस एक अर पंच सिद्ध 35 नाखीन। 30 और जेड़े दिन ने महाराज सच्चे पातशाह कहते ने, और 30 सपारियां वाले और जेड़े कुरान आद ने उन्हां विच भी एक परमात्मा दी विचार और पंच ते 5 नमाज़ां पढ़न वाले वो भी तेरे लिए ही जेड़ा जपदे ने, और सिद्ध दा अर्थ ते प्रगट सिद्धि हासिल करनी। 35 और 35 ने अखर जेड़े गुरमुखी दे 35 अखर है ना, ते इन्हां नूं भी खीनताई इन्हां च नहीं और कमजोरी नहीं, घाट नहीं, ये भी ज्ञान नाल पूर्ण कर दिते। जदों तुसां बाणी उच्चारण कीती है ना, ये 35 दे 35 मुकम्मल करते। ਜਿਹੜੀ ਆਪਾਂ ਪੰਜਾਬੀ ਲਿਖਦੇ ਆ ਨਾ, ਪੰਜਾਬੀ ਉਹਦੇ ਵਿੱਚ 35 ਅੱਖਰ ਵਰਤੇ ਨਹੀਂ ਜਾਂਦੇ, ਨਾ ngੰਗਾ ਨਾ ਯਈਆਂ, ਔਰ ਨਾਣਾ ਵੀ ਖਾਲੀ ਛੱਡ ਦਿੰਦੇ ਨੇ, ਔਰ ਇਸ ਤਰ੍ਹਾਂ ਕਈ ਅੱਖਰ ਖਾਲੀ ਰਹਿ ਜਾਂਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਸਾਰੇ ਦੇ ਸਾਰੇ ਵਰਤੇ ਨੇ, ਜਿਨ੍ਹਾਂ ਬਾਣੀ ਨੂੰ ਜਿਹੜੇ ਪੜ੍ਹਨ ਵਾਲੇ ਉਹਨਾਂ ਨੂੰ ਭਲੀ ਪ੍ਰਕਾਰ ਇਸ ਗੱਲ ਦੀ ਗਿਆਤ ਹੈ। महाराज सच्चे पातशाह वो 35 अखर भी सफले कर देते, और 30 दिन एक महीना भी सफला कर दिता, और 30 रोजे रखन वाले महाराज वो भी सफले कर देते। ते और 5 जेड़े संसार दे अंदर और हैगे सन तत्त वो भी सफले हो गए। ते इस तरह करके और गुरु अमरदास महाराज की उम्र की भी गिनती कर दिया करते विद्वान सज्जन कह लगे 30 एक 30 ते एक 31 ते 5 और 5 ला दिए, और 31 ते 5 36 ते अगे आ गया 35, और जेड़े 36 ते 35 71। हे गुरु अमरदास महाराज 71 साल की उम्र च दुनिया के लोगों तो उठिया नहीं जाता। तुसी गुरु अंगद देव महाराज की सेवा कमाई, गुरु अंगद देव महाराज रीझ गए, ते तुसी जेड़ा 71 साल की उम्र विच कोई आप पानी भी पीनो रह जाता है, अपनी क्रिया तो रह जाता है, तुसी सारे संसार की क्रिया कराने पे हो, सारे संसार नूं रोजी देने पे हो, सारे संसार दा भला पे करदे हो। हे गुरु अमरदास महाराज तुहाडे विच खीनताई, खीन मैना हुंदा कमजोर, ते 71 साल च तन करके बुढ़ापा आ गया। मेरे दातिया तन कमजोर नहीं होया, मन उछाले पिया मारदा है, और इस उम्र च आके दुनिया नूं दे दुख रोग मुश्किलों का हल पिया करदा है, जिहड़ा एक नौजवान उम्र विच भी नहीं कोई कर सकता। तुसी वो इन्नी उम्र विच भी आके कर रहे हो। एक कहो जे लाख लखो लख है महाराज, एक जिहड़ा परमात्मा है, और जिहड़ा लाख लखो जेड़ा और अकाल पुरख वैगुरु लखां दे वेचे, ते जिन्हें लखां नूं पैदा किया, मेरे अकाल पुरख वैगुरु ओ अकाल पुरख वैगुरु जी दा सरगुण स्वरूप गुरु अमरदास महाराज आप अंदर जोत प्रगट हो रही, जगमगा रही आ। महाराज इस लखां दी तादाद अंदर दुनिया दे अंदर वो वसदा होया भी अलख लखने तो रहते ये सारा संसार मिलके भी उस एक निरंकार दी मुकम्मल जानकारी हासिल नहीं कर सकता, ਉਹਦਾ अंत नहीं पा सकता। ये संसार नू अकाल दे वैगुरु दे अंत दा कोई पता नहीं, पर वैगुरु नू पता है इन्हां संसारियां दा ते संसार दा अंत किस तरह होना, वो सब कुछ जानता है। वैगुरु ये अलख है, एक एक कर वर्णियो ओनू, एक परमात्मा नू तुसां ने एक कह के वर्णन वखियान कीता है, उदा वखियान किया गया है। गोरे अमरदास जालप भने, भट जालप जी कहते भने मैं ना उचारण करते ने, सतगुरु अमरदास महाराज तू एक लोड़ा है, तुसी एक नू लोचदे हो,
ਇੱਕ ਮੰਨਿਓ ਤੇ ਇੱਕ ਜਿਹਨੂੰ ਚਾਹੁੰਦੇ ਹੋ ਉਸੇ ਨੂੰ ਹੀ ਮੰਨਿਓ, ਉਹਦਾ ਮੰਨਣ ਕੀਤਾ ਤੇ ਇੱਕ ਨਾਲ ਜੋੜਿਆ। ਜਿਹੜੇ ਇੱਕ ਨੂੰ ਚਾਹੁੰਦੇ ਮਹਾਰਾਜ ਉਹਨਾਂ ਨੂੰ ਮੰਨਣ ਯੋਗ ਬਣਾਇਆ, ਉਹਨਾਂ ਨੂੰ ਮਨਾਇਆ ਇੱਕ ਨੂੰ ਹੀ, ਇੱਕ ਨਾਲ ਜੋੜਿਆ। ਜੇ ਮਤ ਗਹੀ ਜੈ ਦੇਵ ਜੇ ਮਤ ਨਾ ਮੈਂ ਸਮਾਣੀ, ਜਿਹੜੀ ਮਤ ਸ੍ਰੇਸ਼ਟ ਭਗਤ ਜੈਦੇਵ ਨੇ ਗਹੀ ਗ੍ਰਹਿਣ ਕੀਤੀ ਤੇ ਭਗਤ ਬਣਿਆ। ਭਗਤ ਜੈਦੇਵ ਜੀ ਬਾਬਤ ਵਿਦਵਾਨ ਸੱਜਣ ਕਹਿੰਦੇ ਸੰਸਕ੍ਰਿਤ ਦੇ ਬੜੇ ਮਹਾਨ ਵਿਦਵਾਨ ਸਨ ਤੇ ਇਹਨਾਂ ਦੀ ਬਾਣੀ ਚੋਂ ਵੀ ਉਹ ਝਲਕ ਪੈਂਦੀ ਵਿਦਵਤਾ ਦੀ ਵੀ ਤੇ ਸੰਸਕ੍ਰਿਤ ਦੀ ਵੀ। ਔਰ ਇਹਨਾਂ ਦੇ ਪਦਿਆਂ ਨੂੰ ਜਦੋਂ ਪੜ੍ਹਦੇ ਆ ਔਰ ਉਹਨਾਂ ਅੰਦਰੋਂ ਇਹ ਝਲਕ ਪੈਂਦੀ ਆ। ਕਹਿੰਦੇ ਜਿਹੜੀ ਉਹਨਾਂ ਮਤ ਗ੍ਰਹਿਣ ਕੀਤੀ, ਜਿਹੜੀ ਮਤ ਭਗਤ ਨਾਮਦੇਵ ਨੇ ਗ੍ਰਹਿਣ ਕੀਤੀ ਤੇ ਪਰਮਾਤਮਾ ਵਿੱਚ ਸਮਾਣੀ ਸਮਿਲਿਤ ਹੋ ਗਏ, ਸਮਾ ਗਏ ਪਰਮਾਤਮਾ ਨੂੰ ਧਿਆ ਕੇ। ਤੇ ਕੇਵਲ ਧਿਆ ਕੇ ਗਏ ਨਹੀਂ, ਬੋਲ ਵੀ ਸੁਣਾ ਗਏ। ਐਉਂ ਕਮਾਇਆ ਜੇ ਧਿਆਇਆ ਜੇ ਸਮਾ ਜਾਓਗੇ ਮਿਲ ਜਾਓਗੇ। ਉਹ ਭਗਤ ਨਾਮਦੇਵ ਜੇ ਮਤ ਤਰਲੋਚਨ ਚਿਤ ਭਗਤ ਕੰਬੀਰਾ ਜਾਣੀ, ਜਿਹੜੀ ਮਤ ਭਗਤ ਤਰਲੋਚਨ ਜੀ ਨੇ ਧਾਰਨ ਕੀਤੀ ਔਰ ਰੱਬ ਨਾਲ ਮਿਲੇ ਤੇ ਜਿਹੜੀ ਮਤ ਔਰ ਚਿੱਤ ਵਿੱਚ ਭਗਤ ਕਬੀਰ ਜੀ ਨੇ ਧਾਰਨ ਟਕਾਈ, ਚਿਤਵਿਆ, ਚਿੰਤਨ ਕੀਤਾ ਕਿ ਮੇਰੇ ਹਿਰਦੇ ਦੇ ਅੰਦਰ ਰਾਮ ਦਾ, ਭਗਵਾਨ ਦਾ, ਵਾਹਿਗੁਰੂ ਦਾ ਵਾਸਾ ਤੇ ਵਾਹਿਗੁਰੂ ਨੂੰ ਜਪਿਆ ਛੁਟਕਾਰਾ ਹੋਣਾ ਹੈ, ਨਾ ਕਿ ਬਾਹਰ ਦੇ ਕਰਮ ਕਾਂਡਾਂ ਦੇ ਨਾਲ ਉਹਦੇ ਤੋਂ ਮੁਕਤ ਕਰਾਇਆ ਤੇ ਭੈ ਮੁਕਾ ਦਿੱਤਾ। ਕੋਈ ਵਿਸ਼ੇਸ਼ ਜਗ੍ਹਾ ਨਹੀਂ ਦੁਨੀਆ ਵਿੱਚ ਕਿ ਉੱਥੇ ਪਾਪੀ ਚੱਲਦੇ ਤੇ ਉਹ ਬਖਸ਼ਿਆ ਜਾਏਗਾ। ਬਖਸ਼ਿਆ ਪਾਪੀ ਦੇ ਵੀ ਪਾਪ ਨਸ਼ਟ ਹੋਣੇ ਨੇ ਤੇ ਉਹ ਜਾਪ ਦੇ ਨਾਲ ਹੋਣੇ, ਨਾ ਕਿ ਕਿਸੇ ਜਗ੍ਹਾ ਨਾਲ ਹੋਣੇ ਆ, ਪਰਮਾਤਮਾ ਦੇ ਨਾਮ ਨਾਲ। ਔਰ ਇਸ ਕਰਕੇ ਮਹਾਰਾਜ ਕਬੀਰ ਸਾਹਿਬ ਦੇ ਬਚਨ ਜੇ ਬੋਲਣ ਲੱਗ ਪਈਏ ਜਾਂ ਕਹਿਣ ਲੱਗ ਪਈਏ ਔਰ ਵਿਚਾਰ ਲੰਬੇਰੀ ਹੋ ਜਾਏਗੀ। ਮੈਂ ਸੰਖੇਪ ਚ ਅਰਜ਼ ਕਰਨੀ ਹੈ। ਮਹਾਰਾਜ ਭੱਟ ਜੀ ਕਹਿੰਦੇ ਨੇ, ਕਹਿ ਲੱਗੇ ਉਹ ਮਤ ਜਿਹੜੀ ਭਗਤ ਕਬੀਰ ਸਾਹਿਬ ਨੇ ਗ੍ਰਹਿਣ ਕੀਤੀ ਆ ਔਰ ਜਾਣਨਾ ਕੀਤੀ। ਰੁਕ ਮੰਗਦ ਕਰਤੂਤ ਰਾਮ ਜੰਪੋ ਨਿਤ ਭਾਈ। ਇਹ ਰੁਕ ਮੰਗਦ ਨਾਂ ਦਾ ਇੱਕ ਰਾਜਾ ਹੋਇਆ। ਰੁਕ ਮੰਗਦ ਇਹ ਰਾਜਾ ਹੋਇਆ, ਬੜਾ ਧਰਮੀ ਰਾਜਾ ਹੋਇਆ। ਇਹਦੀ ਬੜੀ ਲੰਬੇਰੀ ਵਿਚਾਰ ਹੈ, ਮੈਂ ਸ਼ਾਰਟਕਟ ਹੀ ਬਿਆਨ ਕਰਨੀ। ਕਰਤੂਤ ਔਰ ਕਰਤੂਤ ਮੈਨਾ ਉਹਦੀ ਕਰਨੀ, ਕਰਮ, ਕੰਮ। ਉਹਦਾ ਜਿੰਨੀ ਉਹਦੀ ਪਰਜਾ ਸੀ ਨਾ, ਉਹਨੇ ਆਪ ਵੀ ਜਪਣ ਵਾਲਾ ਸੀ ਤੇ ਧਰਮੀ ਸੀ, ਪਰਜਾ ਨੂੰ ਵੀ ਲਾਇਆ ਸੀ, ਜਪਦਾ ਸੀ, ਜਪਾਉਂਦਾ ਸੀ ਤੇ ਵਿਕਾਰ ਤੇ ਉਹਨੂੰ ਪੋ ਨਾ ਸਕੇ। ਉਹਦੇ ਜਾਪ ਨੂੰ ਦੁਨੀਆ ਵਾਲੇ ਮੋਹਤ ਹੋ ਗਏ, ਇੱਧਰ ਨੂੰ ਭੱਜੇ। ਪਰ ਉਹ ਰੁਕ ਮੰਗਦ ਰਾਜਾ ਇਸ ਕਲਾਵੇ ਵਿੱਚ ਨਾ ਆਇਆ, ਉਹ ਖੁਦ ਵੀ ਬਚਿਆ, ਇਹਨੇ ਦਲਦਲ ਦੇ ਵਿੱਚੋਂ ਦੂਜਿਆਂ ਨੂੰ ਵੀ ਬਚਾਇਆ। ਕਹਿੰਦੇ ਉਹਦਾ ਉਪਦੇਸ਼ ਉਹਨੇ ਵੀ ਕਿਹਾ ਸੀ, ਇੱਧਰੋਂ ਨਿਕਲਣਾ ਰਾਮ ਜੰਪੂ ਨਿਤ ਭਾਈ। ਉਸ ਰੱਬ ਨੂੰ ਜਪੋ ਔਰ ਮੇਰੇ ਭਰਾਵੋ ਉਹਨੂੰ ਜਪੋ ਜਿਹਨੂੰ ਰੁਕ ਮੰਗਦ ਵੀ ਜਪਦਾ ਰਿਹਾ ਤੇ ਬਚਿਆ ਤੇ ਆਪਣੇ ਰਾਜ ਨੂੰ ਸਾਰੇ ਨੂੰ ਬਚਾ ਲਿਆ। ਉਸ ਨੂੰ ਆਰਾਧਨਾ ਕਰੋ। ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ। ਭਗਤ ਅਮਰੀਕ ਔਰ ਜਿਹੜਾ ਬੜਾ ਵੱਡਾ ਭਗਤ ਹੋਇਆ ਤੇ ਦਰਬਾਸਾ ਜੀ ਆਏ ਸਨ। ਇਹਨੇ ਆਪਣਾ ਔਰ ਜਿਹੜਾ ਪਰਨ ਔਰ ਖੋਲਣਾ ਸੀ, ਵਰਤ ਖੋਲਣਾ ਸੀ ਤੇ ਉਹ ਦਰਬਾਸਾ ਨੇ ਆ ਕੇ ਸਰਾਪ ਦੇਣਾ ਚਾਹਿਆ ਕਿ ਮੈਂ ਰਿਸ਼ੀ ਆ, ਆਇਆ ਉਹ ਆ। ਭਾਈ ਗੁਰਦਾਸ ਨੇ ਇਸ ਗੱਲ ਨੂੰ ਕੋਟ ਕੀਤਾ, ਮਾਰੀ ਦਾ ਅਮਰੀਕ ਛਡਾਇਆ। ਤੇ ਉਹ ਖੀਰੀ ਉਹਦੇ ਮਗਰ ਸੁਦਰਸ਼ਨ ਚੱਕਰ ਪੈ ਗਿਆ। ਜਦੋਂ ਪੈ ਗਿਆ ਤੇ ਕੋਈ ਵੀ ਦੇਵੀ ਦੇਵਤਾ ਦਰਬਾਸੇ ਦੀ ਰਕਸ਼ਾ ਨਾ ਕਰ ਸਕਿਆ ਤੇ ਖੀਰ ਆਵਾਜ਼ ਜੋ ਹੰਬ ਗਿਆ, ਕਹਿੰਦੇ ਅਮਰੀਕ ਕੋਲ ਚਲਿਆ ਜਾ, ਉਹੀ ਬਚਾਏਗਾ। ਉਹਦੇ ਆ ਕੇ ਚਰਨੀ ਡਿੱਗਿਆ ਤੇ ਉਹਨੇ ਬਚਾ ਲਿਆ। ਕਹਿੰਦੇ ਦੇਖੋ ਜਿਹੜਾ ਉਹਨੂੰ ਮਾਰਨਾ ਚਾਹੁੰਦਾ ਸੀ ਨਾ ਅਮਰੀਕ ਭਗਤ, ਜਿਹਦੇ ਬਾਬਤ ਪਰਮਾਤਮਾ ਨੇ ਔਰ ਜਿਹੜਾ ਉਹਦੀ ਤੌਹੀਨ ਕਰਨ ਵਾਲਾ ਉਹਨੂੰ ਭਜਾਇਆ, ਉਹਦੇ ਮਗਰ ਮੌਤ ਦਾ ਭੈ ਉਹਨੂੰ ਦਰਬਾਸਾ ਰਿਸ਼ੀ ਸੀ ਉਹਨੂੰ ਵੀ ਦਿਖਾਇਆ ਤੇ ਉਹਨੂੰ ਆ ਕੇ ਹਿਰਦੇ ਦੇ ਵਿੱਚ ਦਇਆ ਇੰਨੀ ਅਮਰੀਕ ਦੇ ਕਿ ਉਹਨੂੰ ਬਚਾ ਲਿਆ। ਉਹਦੇ ਉਹੋ ਜਿਹਾ ਸਿਧਾਂਤ ਉਹ ਕਾਹਦੇ ਨਾਲ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਕੇ, ਭਗਵਾਨ ਦੇ ਗੁਣ ਗਾਇਨ ਕਰਕੇ, ਨਾਮ ਜਪ ਕੇ ਸੀ।
प्रहलाद प्रहलाद भगत ਉਹਦੀ ਬਾਬਤ आपने बहुत वार सुनिया। ਉਹਨੇ जपिया, ਉਹਦੀ रक्षा हुई। बाप ਉਹਦਾ हरनाक्ष दैंत सी और वो भगत करके प्रसिद्ध होया। ਉਹਦੀ रक्षा करन वास्ते कुछ समय लई अपने भगत नूं बचाउण लई जिहड़ा नरसिंह अवतार होया है ना, वो केवल ते केवल प्रहलाद लई होया है। परमात्मा अपने भगतां लई ऐसियां विशेषताइयां रखदा है। वो अनहोई नूं होई विच ते होई नूं अनहोई विच इदू पहला बाद च कोई ऐसा अवतार नहीं होया जिहदा अद्धा हिस्सा मनुख दा होवे, हेठला धड़ ते उपरला शरीर शेर दा होवे। इहो जिहा अवतार बाद च कोई नहीं होया, केवल भगत प्रहलाद लई होया। कहंदे सरना गोबिंद गत पाई, इन्हां धरती दे मालक दी शरण ग्रहण कीती ते गत मुक्ति नूं प्राप्त कीता। दुनिया दे लोगो ओ नाम जपो जेड़ा अमरीक ने, प्रहलाद ने, भगतां ने, ऋषियां ने, राजियां ने जपिया ते त्रुट के दातां पाईयां। जे तुसीं जपोगे तुहानूं भी मिल जाणगियां, तुहाडे ते भी रब प्रसन्न होवेगा। सब तो वड्डा नाम है ਉਹ ਆ ਨਾਮ ਦਾ ਦਾਤਾ। ਭੱਟ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਧੁਰ ਤੋਂ ਲੈ ਕੇ ਆਏ ਗੁਰੂ ਅੰਗਦ ਸਾਹਿਬ ਰੂਪ ਤੇ ਅੱਜ ਗੁਰੂ ਅਮਰਦਾਸ ਸਾਹਿਬ ਰੂਪ ਹੋ ਕੇ ਉਹ ਵਰਤਾਰੇ ਵਰਤਾ ਰਹੇ ਨੇ। ਕਹਿਣ ਲੱਗੇ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ। हे ਗੁਰੂ ਅਮਰਦਾਸ ਸਾਹਿਬ, ਤੁਹਾਡੇ ਹਿਰਦੇ ਵਿੱਚ ਲੋਭ ਨਹੀਂ, ਤੇ ਜਿਹਦੇ ਹਿਰਦੇ 'ਚ ਲੋਭ ਹੋਵੇ ਉੱਤੇ ਗੁਰੂ ਦੀ ਕਿਰਪਾ ਨਹੀਂ ਜੇ ਹੁੰਦੀ। ਕਿਉਂਕਿ ਗੁਰੂ ਕਹਿੰਦਾ ਇਹਦਾ ਤਿਆਗ ਕਰ। क्रोध और ना क्रोधी हो के बई लोभ मैनू कुछ मिलिया नहीं ते मार धाड़ करनी और किसी नू मार देना। तृष्णा तृष्णालू हो जाना और किसी विरले दी बुझदी तृष्णा विरले ही की बूझी है। कोट जोरे लाख करोरे मन ना हो रे परे परे ही को लूझी है। तृष्णा बुझै हर कै नाम, तृष्णा अगन प्रभ आप बुझाई, नानक उदरे प्रभ सरनाई। महाराज इहदा त्याग कीता। सो मत जल जानी जुगत, जल नामा भट्ट जी कहंदे ने, कह लगे वैगुरु ओ श्रेष्ठ मत प्राप्त होई जिहदे नाल इह त्याग करना है। वो जुगती तुहाडे तो मिलदी आ, किसी दूजे तो नहीं मिलती। हो तुसी कृपा करने हो। गोरे अमरदास निज भगत है, देख दर्श पावो मुगत। जलनामा भट्ट जी कहते ने दुनिया के लोगो गुरु अमरदास साहब दे कोल भगतियां दे भंडारे भरे जे दातां दे, इहदे दर्शन करके मुक्ति मिलदी पई जे। जे नाम जपोगे उपरलियां दातां सारियां प्राप्त होवणगियां। इहदे दर्शनां दे विच ही बहुत कुछ आ ते जे तुसी नाम जपोगे ते इहदा रूप हो जावोगे और मुक्ति मिल जाएगी। गुरे अमरदास परसीए पोहम पातक बनासै। गुरु अमरदास महाराज नूं स्पर्श करन दे नाल पोहम मैना धरती और ओदे पातक बनासै, पाप नाश हो जाते धरती तो नाम जपन नाल। और पोहम पोहम मैना धरती, धरती मैना शरीर और शरीर दे नाल कीते पाप कह लगे ये सारे दे सारे विनाशे नाश हो जाणगे। कि गुरु अमरदास साहब दे बचनां नूं कमा, वो नाम नूं ध्या, उधर नूं टुर। महाराज मेहर करदे ने। गुरे अमरदास परसीए सिद्ध साधक आसासै। गुरु अमरदास महाराज नूं स्पर्श करन नाल सिद्ध और रिधियां सिद्धियां ते साधक साधना करन वाले आसासै ओनूं चाहुंदे ने, उहदे नाम नूं लोचदे ने और मंगना करदे ने। ते जेड़े ओनूं चाहुंदे आ ना जप के लोड़दे ने आसासै, ओनों जेड़ी सस ना सजावां दुखां दर्दां नरकां दियां जमां दियां नहीं सहारनियां पैंदियां। जेड़े परमात्मा नूं चाहुंदे ने, परमात्मा नूं लोचदे ने। गुरे अमरदास परसीए ध्यान लईए मुक है। कह लगे गुरु अमरदास महाराज जी नो स्पर्श करिए, जपिए नाम ते ध्यान लईए, ओदा ध्यान टकाइए, सुरत टकाइए। ते महाराज साहब कहते ने बहु मुक्के जेड़े जीवन दे आवागमन आ ना ते पाप ने वो मुक्क है, आवागमन खत्म हो जाएगा।
ਔਰ ਸੰਸਾਰ ਵਿੱਚ ਆਉਣਾ, ਜੰਮਣ ਮਰਨ ਵਿੱਚ ਪਹੁ ਪੈਣਾ, ਇਹ ਸਾਰੇ ਦਾ ਸਾਰਾ ਪਾਪ ਉਪਦਰਵ ਨਾਸ਼ ਹੋ ਜਾਣਗੇ। ਗੁਰ ਅਮਰਦਾਸ ਪਰਸੀਏ ਅਭਉ ਲੱਭੈ ਗਹੁ ਚੁੱਕੈ। ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਰਸਨ ਦੇ ਨਾਲ ਅਭਉ ਲੱਭੈ, ਔਰ ਉਹ ਅਭੈ ਜਿਹੜਾ ਹੈ ਹਿਰਦੇ ਦੇ ਅੰਦਰੋਂ ਅਭੈ ਅਵਸਥਾ, ਡਰ ਤੋਂ ਰਹਿਤ ਹੋ ਜਾਣਾ, ਉਹ ਪ੍ਰਾਪਤ ਹੋ ਜਾਵੇਗੀ। ਤੇ ਜਿਹੜਾ ਉਹਨੂੰ ਗਹੁ ਗ੍ਰਹਿਣ ਕਰ ਲਵੇਗਾ ਤੇ ਜਿਹੜਾ ਭੈ ਆ ਉਹ ਚੁੱਕੈ, ਜੰਮਣ ਮਰਨਾ ਡਰ ਆਦਿਕ ਚੁੱਕੈ, ਨਸ਼ਟ ਹੋ ਜਾਵੇਗਾ। ਇੱਕ ਬਿਨ ਦੁਗਣ ਜੋ ਤੋ ਰਹੈ। ਕਹਿੰਦੇ ਇੱਕ ਬਿਨ, ਇੱਕ ਪਰਮਾਤਮਾ ਤੋਂ ਬਗੈਰ ਦੁਗਣ ਜਿਹੜੀ ਅੰਦਰ ਦੁਵੈਤ ਬਣੀ ਰਹਿਣੀ, ਔਰ ਦੋ ਗਣ ਜਿਹੜੀ ਗਿਣਤੀ ਦੋ ਦੀ ਹੋਣੀ, ਦੁਵੈਤ ਖੜੀ ਹੋ ਜਾਣੀ। ਔਰ ਮਹਾਰਾਜ ਸਾਹਿਬ ਕਹਿੰਦੇ ਆ ਔਰ ਉਹ ਜਿਹੜੀ ਹੈ ਅੰਦਰੋਂ ਔਰ ਖਤਮ ਹੋ ਜਾਵੇਗੀ ਜਦੋਂ ਪਰਮਾਤਮਾ ਨੂੰ ਜਪੇਗਾ। ਔਰ ਇੱਕ ਬਿਨ ਦੁਗਣ ਜੋ ਜੋ ਤਉ ਰਹੈ, ਔਰ ਜਾ ਸੁਮੰਤਰ ਮਾਨਵੈ ਲਹੈ। ਕਹਿਣ ਲੱਗੇ ਇਹਨੂੰ ਨਸ਼ਟ ਕਰਨ ਲਈ ਜਾਸ ਜਿਸ ਪਰਮਾਤਮਾ ਦਾ ਸ੍ਰੇਸ਼ਟ ਮੰਤਰ ਮਾਨਵੈ ਲਹੈ, ਔਰ ਮਾਨਵੈ ਲਹੈ ਜਿਹੜੇ ਮਾਨਵ ਮਨੁੱਖ ਹੈ ਨਾ, ਉਹ ਲਹੈ ਹਿਰਦੇ 'ਚ ਵਸਾਉਂਦੇ ਨੇ, ਉਹਨੂੰ ਗ੍ਰਹਿਣ ਕਰਦੇ ਨੇ ਔਰ ਉਹਨੂੰ ਹਿਰਦੇ 'ਚ ਵਸਾ ਲੈਂਦੇ ਨੇ। ਤੇ ਇਹਦਾ ਔਰ ਐਉਂ ਵੀ ਅਰਥ ਪਾਠ ਕਰਕੇ ਕਰ ਦਿੰਦੇ, ਮਾਨਵਾ ਹਿਲੇ, ਮਾਨਵ ਹਿਲੇ। ਇਹ ਵੀ ਪਾਠ ਕਰਿਆ ਕਰਦੇ ਨੇ ਕਈ ਸੱਜਣ ਔਰ ਵਿਦਵਾਨਾਂ ਨੇ ਇਹਦੇ ਵੀ ਅਰਥ ਕੀਤੇ ਹੋਏ ਨੇ ਕਿ ਮਾਨਵ ਜਦੋਂ ਪਰਮਾਤਮਾ ਦੇ ਮੰਤਰ ਨੂੰ ਜਪਦਾ ਹਿਲੇ, ਅੰਦਰੋਂ ਬਾਹਰੋਂ ਹਿੱਲ ਜਾਂਦਾ ਹੈ, ਹਲਾਰੇ ਲੈਂਦਾ ਹੈ, ਝੂਮਦਾ ਹੈ ਉਸ ਮਾਲਕ ਵੱਲ ਨੂੰ। ਜਲਪਾ ਪਦਾਰਥ ਇਤੜੇ, ਜਲਪ ਭੱਟ ਜੀ ਕਹਿੰਦੇ ਨੇ ਦੁਨੀਆ ਦੇ ਲੋਕੋ ਇੰਨੇ ਪਦਾਰਥ, ਇੰਨੀਆਂ ਦਾਤਾਂ, ਇੰਨੀਆਂ ਬਖਸ਼ਿਸ਼ਾਂ ਗੁਰ ਅਮਰਦਾਸ ਡਿਠੈ ਮਿਲਹਿ। ਜਿਹਨੇ ਗੁਰੂ ਅਮਰਦਾਸ ਮਹਾਰਾਜ ਦਾ ਦੀਦਾਰ ਕੀਤਾ, ਜਿਹਨੂੰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਹੋ ਗਏ ਅੰਤਰਾਤਮੇ, ਜਪਦਿਆਂ ਜਪਦਿਆਂ ਕਹਿੰਦੇ ਉਹਨੂੰ ਸਾਰੇ ਮਿਲ ਜਾਂਦੇ ਆ, ਚਾਰੇ ਪਦਾਰਥ ਮਿਲ ਜਾਂਦੇ ਨੇ। ਸੱਚ ਨਾਮ ਕਰਤਾਰ ਸੋ ਦਰੜ ਨਾਨਕ ਸੰਗਰਿਓ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਜੀਵਾਂ ਦੇ ਰੋਜੀ ਰੋਟੀ ਦੀ ਤਾਰ ਪਕੜੀਏ, ਉਹ ਸੱਚਾ ਨਾਮ ਜਪ ਉਹਦਾ, ਉਹਨੂੰ ਦ੍ਰਿੜ ਹਿਰਦੇ ਦੇ ਅੰਦਰ ਪਰਪੱਕ ਕਰ। ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੁਆਰਾ ਸੰਗ ਰਹਿਓ। ਜੇ ਤੁਸੀਂ ਗੁਰੂ ਨਾਨਕ ਸਾਹਿਬ ਨੇ ਜਿਹੜੇ ਨਾਮ ਦੀ ਬਖਸ਼ਿਸ਼ ਗੁਰੂ ਅੰਗਦ ਸਾਹਿਬ ਤੇ ਕੀਤੀ ਨਾ, ਗੁਰੂ ਅਮਰਦਾਸ ਮਹਾਰਾਜ ਤੁਸੀਂ ਉਸ ਗੁਰੂ ਅੰਗਦ ਦੇ ਮਹਾਰਾਜ ਦੇ ਸੰਗ ਰਹਿਓ, ਨਾਲ ਰਹਿ ਕੇ ਸੰਗ ਰਹੋ ਔਰ ਉਹ ਨਾਮ ਨੂੰ ਗ੍ਰਹਿਣ ਕੀਤਾ, ਇਕੱਠਾ ਕੀਤਾ, ਖਜ਼ਾਨਾ ਭਰਿਆ ਗੁਰੂ ਅੰਗਦ ਦੇਵ ਮਹਾਰਾਜ ਤੋਂ। ਤਾਤੇ ਅੰਗਦ ਲੈਣਾ ਪ੍ਰਗਟ ਤਾਸ ਚਰਨੈ ਲਿਵ ਰਹਿਓ। ਕਹਿੰਦੇ ਉਸੇ ਨਾਮ ਨਾਲ ਉਹ ਬਖਸ਼ਿਸ਼ਾਂ ਪਾ ਕੇ ਭਾਈ ਲਹਿਣਾ ਜੀ ਦਾ ਨਾਮ ਸੀ ਨਾ, ਗੁਰੂ ਨਾਨਕ ਸਾਹਿਬ ਤੋਂ ਦਾਤ ਪਾ ਕੇ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਹੋ ਗਏ। ਗੁਰੂ ਅੰਗਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਨਾਮ ਪਹਿਲਾਂ ਲਹਿਣਾ ਸੀ, ਉਹ ਗੁਰੂ ਅੰਗਦ ਸਾਹਿਬ ਦੇ ਨਾਮ ਨਾਲ ਪ੍ਰਗਟ ਹੋ ਗਏ। ਤਾਸ ਤਿਸ ਅਕਾਲ ਦੇ ਗੁਰੂ ਨਾਨਕ ਸਰੂਪ ਸਰਗੁਣ ਦੇ ਅਰ ਚਰਨੈ ਲਿਵ ਰਹਿਓ। ਭਾਈ ਲਹਿਣੇ ਦੀ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਲਿਵ ਜੁੜੀ ਸੀ ਔਰ ਗੁਰੂ ਅਮਰਦਾਸ ਮਹਾਰਾਜ ਦੀ ਲਿਵ ਗੁਰੂ ਅੰਗਦ ਸਾਹਿਬ ਦੇ ਚਰਨਾਂ ਜੁੜੀ ਸੀ। ਉਹ ਦਾਤ ਪ੍ਰਾਪਤ ਕਰਨ ਦੇ ਲਈ ਕਹਿੰਦੇ ਦਾਤਾ ਸਭ ਕੁਝ ਪਾਇਆ। ਤਿਤ ਕੋਲਾ ਗੁਰ ਅਮਰਦਾਸ ਆਸਾ ਨਿਵਾਸ। ਉਸੇ ਕੁੱਲ ਦੇ ਵਿੱਚ, ਸਰੀਰਕ ਕੁੱਲ ਦੀ ਨਹੀਂ ਇੱਥੇ ਗੱਲ ਕੀਤੀ, ਸਰੀਰਕ ਕੁੱਲ ਮੰਨੀਏ ਤੇ ਜਿਹੜੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬੇਦੀ ਕੁੱਲ ਸੀ, ਗੁਰੂ ਅੰਗਦ ਸਾਹਿਬ ਦੀ ਤੇਨ ਕੁੱਲ ਸੀ ਔਰ ਗੁਰੂ ਅਮਰਦਾਸ ਸਾਹਿਬ ਦੀ ਭੱਲੇ ਕੁੱਲ ਸੀ, ਗੁਰੂ ਰਾਮਦਾਸ ਸਾਹਿਬ ਦੀ ਸੋਢੀ ਕੁੱਲ ਸੀ। ਇਹ ਉਹਦੀ ਨਹੀਂ, ਉਹ ਆਤਮਕ ਕੁੱਲ ਅਵਤਾਰ ਦੀ, ਜੋਤ ਦੀ, ਆਤਮਕ ਦੀ, ਆਤਮਕ ਜੋਤ ਦੀ। ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਤ ਗੁਰੂ ਅੰਗਦ ਸਾਹਿਬ ਚ ਆਈ, ਗੁਰੂ ਅੰਗਦ ਸਾਹਿਬ ਤੋਂ ਉਹ ਜੋਤ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਮਹਾਰਾਜ ਵਿੱਚ ਟਿਕਾਈ। ਤਿਤ ਕੁੱਲ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਰੂਪ ਕੁੱਲ ਵਿੱਚ ਗੁਰੂ ਅਮਰਦਾਸ ਮਹਾਰਾਜ ਤਖਤ ਤੇ ਸੁਭਾਈ ਮਾਨੇ ਆਸਾ ਨਿਵਾਸ, ਜਿਹੜੇ ਇੱਛਾਵਾਂ ਔਰ ਪੂਰੀਆਂ ਕਰਨ ਵਾਲੇ ਨੇ,
ਜਿਹੜੀਆਂ ਇੱਛਾਵਾਂ ਹੈ ਨਾ ਜੀਵਾਂ ਦੀਆਂ, ਉਹਨੂੰ ਗੁਰੂ ਅਮਰਦਾਸ ਸਾਹਿਬ ਪੂਰੀਆਂ ਕਰਦੇ ਨੇ, ਰਹਿਮਤ ਕਰਦੇ ਨੇ। ਤਾਸ ਗੁਣ ਕਵਣ ਵਖਾਣੋ, ਭੱਟ ਜੀ ਕਹਿੰਦੇ ਉਸ ਤਾਸ ਤਿਸ ਗੁਰੂ ਦੇ ਗੁਣ ਕਿਹੜੇ ਕਿਹੜੇ ਵਿਖਿਆਨ ਕਰੀਏ। ਜੋ ਗੁਣਾ ਅਲਖ ਅਗੰਮ, ਤਿਨੈ ਗੁਣ ਅੰਤ ਨਾ ਜਾਣੋ। ਜਿਹੜਾ ਅਕਾਲ ਪੁਰਖ ਵਾਹਿਗੁਰੂ ਔਰ ਗਮਤਾ ਤੋਂ ਪਰੇ ਆ, ਲਖਣੇ ਤੋਂ ਪਰੇ ਆ, ਉਹਦੇ ਗੁਣਾਂ ਦਾ ਅੰਤ ਨਾ ਜਾਣੋ, ਅੰਤ ਨਹੀਂ ਪਾਇਆ ਜਾ ਸਕਦਾ। ਬੋਇਥੋ ਬੇਦਾਤੇ ਨਿਰਮਯੋ, ਸਭ ਸੰਗਤ ਕੁਲ ਉਦਰਨ। ਕਹਿੰਦੇ ਸਤਿਗੁਰੂ ਜਿਹੜੇ ਨੇ ਉਹ ਨੇ ਬੋਹਿਥੋ, ਔਰ ਬੋਹਿਥ ਮੈਨਾ ਹੁੰਦਾ ਜਹਾਜ਼, ਗੁਰੂ ਏ ਜਹਾਜ਼, ਤੇ ਬੇਦਾਤੇ ਫਲਵਰ ਦਾਤੇ, ਔਰ ਜਿਹੜਾ ਬਖਸ਼ਾਂ ਦਾ ਦਾਤਾ ਮਾਲਕ ਏ ਉਹ ਨਿਰਮਯੋ, ਨਿਰਮਲ ਰੂਪ ਏ, ਮੈਲ ਨੂੰ ਕੱਟਣ ਵਾਲਾ। ਉਸ ਜਹਾਜ਼ ਦੇ ਵਿੱਚ ਬੈਠਣਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਨਾਮ ਜਹਾਜ਼ ਹੈ। ਉਹ ਬੋਹਿਥੋ ਤੇ ਚੜ੍ਹੇ, ਉਹਦੇ 'ਚ ਚੜ੍ਹਨਾ ਕੀ, ਜਪੇ, ਜਿਹੜਾ ਅਰਾਧੇ ਸੋ ਉਹ ਉਤਰੈ ਪਾਰ। ਜਿਹੜਾ ਜਪੇਗਾ ਉਹਨੇ ਪਾਰ ਉਤਰਨਾ ਹੈ। ਕਹਿ ਲੱਗੇ ਨਿਰਮਲੇ ਤੇ ਸਭ ਸੰਗਤ ਉਹਦੇ ਵਿੱਚ ਬੈਠਣਾ, ਜਪਣਾ, ਤੇ ਜਪ ਕੇ ਕੁਲ ਉਦਰਨ। ਜਿਹੜੇ ਜਿਹੜੇ ਜਪਦੇ ਉਹਦੀ ਕੁਲ ਦਾ ਪਾਰ ਉਤਾਰਾ ਹੋ ਜਾਂਦਾ ਹੈ। ਉਸ ਨਾਮ ਨੂੰ ਜਪ ਕੇ ਗੁਰੇ ਅਮਰਦਾਸ ਕੀਰਤ ਕਹਿ, ਤਰਾਹ ਤਰਾਹ ਤੋ ਪਾਸਰਣ। ਇੱਥੇ ਭੱਟ ਕੀਰਤ ਜੀ ਇਹ ਸਵਈਆ ਉਚਾਰਦੇ ਨੇ, ਗੁਰੂ ਅਮਰਦਾਸ ਮਹਾਰਾਜ ਇੰਨੀਆਂ ਤੂੰ ਕੁੱਲਾਂ ਦਾ ਪਾਰ ਉਤਾਰਾ ਕਰਨ ਵਾਲਾ ਆ। ਮਾਲਕਾ ਮੈਂ ਤੇਰੀ ਸ਼ਰਨ ਵਿੱਚ ਆਇਆ, ਤਰਾਹੇ ਤਰਾਹੇ ਰੱਖ ਲਓ, ਰੱਖ ਲਓ, ਲੋਕ ਕਰਕੇ, ਪਰਲੋਕ ਕਰਕੇ, ਤਨ ਕਰਕੇ ਔਰ ਮਨ ਕਰਕੇ ਮੇਰੀ ਰੱਖਿਆ ਕਰੋ। ਤੋ ਪਾ ਸਰਨ, ਤੁਹਾਡੀ ਸ਼ਰਨ ਪਾ ਪ੍ਰਾਪਤ ਕੀਤੀ ਹੈ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਰੱਖਿਆ ਕਰ ਲਓ। ਕਿਉਂ? ਕਹਿੰਦੇ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਜਿਹੜਾ ਨਰਾਂ ਨਰਾਂ ਦੇ ਅੰਦਰ ਘਰ ਬਣਾ ਕੇ ਬੈਠਾ ਹੈ, ਹਰ ਸਰੀਰ ਅੰਦਰ ਆਇਆ ਹੋਇਆ ਹੈ, ਉਹ ਨਾਰਾਇਣ। ਜਿਹੜਾ ਨਾਰਾਇਣ ਲਿਆ ਨਰਕ ਨਾ ਜਾਈਏ, ਜਿਹਨੂੰ ਮਹਾਰਾਜ ਕਹਿੰਦੇ ਨਾਰਾਇਣ ਦੰਤ ਭਾਨੇ ਦੈਣ, ਉਹ ਨਾਰਾਇਣ। ਜਿਹੜਾ ਨਾ ਪਲਸ ਰਾਇਣ, ਜਿਹਦੇ ਅੰਦਰ ਅਵਿਦਿਆ ਰੂਪੀ ਰਾਤ ਹਨੇਰਾ ਆਉਂਦਾ ਹੀ ਨਹੀਂ, ਉਹ ਕਲਾ ਧਾਰ ਕੇ, ਉਹ ਸ਼ਕਤੀ ਰੂਪ ਹੋ ਕੇ ਉਹ ਜਗਤ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਹੜਾ ਨਿਰਾ ਆਕਾਰ ਸੀ ਨਾ, ਨਿਰਗੁਣ ਸੀ, ਉਹਨੇ ਆਕਾਰ ਸਰਗੁਣ ਸਰੂਪ ਧਾਰਨ ਕੀਤਾ। ਨਿਰਾਕਾਰ ਨੇ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਆਕਾਰ ਬਣਾਇਆ, ਤੇ ਜੋਤ ਜਗ ਮੰਡਲ ਕਰਿਓ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਜੋਤ ਜਗਤ ਗੋਲਾਕਾਰ ਮੰਡਲ ਦੇ ਅੰਦਰ ਸੰਸਾਰ ਵਿੱਚ ਉਹ 10 ਜਾਮਿਆਂ 'ਚ ਵਿਚਰੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪ ਅੰਦਰ ਸਾਡੇ ਔਰ ਅਗਵਾਈ ਕਰ ਰਹੀ, ਦੇਦਾਰ ਦੇ ਰਹੀ ਆ। ਔਰ ਉਹ ਜਗ ਮੰਡਲ ਕਰਿਓ, ਜਹ ਕਹਿ ਤੈ ਭਰਪੂਰ। ਜਿੱਥੇ ਕਿੱਥੇ ਜਿੱਧਰ ਕਿੱਧਰ ਨਜ਼ਰ ਮਾਰੀਏ ਉਹ ਭਰਪੂਰ ਏ। ਸ਼ਬਦ ਦੀਪਕ ਦੀਪਾਇਓ, ਸ਼ਬਦ ਦਾ ਦੀਵਾ ਜਿਹੜਾ ਸੀ, ਦੀਵਾ ਤੇਰਾ ਏਕ ਨਾਮ ਜਿਹੜਾ ਸੀ ਨਾ, ਸ਼ਬਦ ਅਜਾਰੂ ਸਤਿਗੁਰ ਦੀਪਾ, ਉਹ ਬ੍ਰਹਮ ਦਾ ਸ਼ਬਦ ਜਿਹੜਾ ਸੀ ਦੀਪਾਇਓ, ਉਹ ਦੀਵਾ ਜਲਾ ਦਿੱਤਾ ਹਿਰਦਿਆਂ 'ਚ। ਸੰਸਾਰ ਅੰਦਰ ਜਿਹ ਸਿੱਖੈ ਸੰਗਰਿਓ, ਜਿਹਨੂੰ ਸਿੱਖਿਆ ਗ੍ਰਹਿਣ ਕਰਨ ਵਾਲੇ ਸਿੱਖਾਂ ਨੇ, ਸੇਵਕਾਂ ਨੇ ਸੰਗਰਿਓ ਗ੍ਰਹਿਣ ਕੀਤਾ। ਤਤ ਹਰ ਤਤ ਜਿਹੜਾ ਸੀ ਸਿਧਾਂਤ ਪਰਮਾਤਮਾ ਦੇ ਨਾਮ ਦਾ, ਚਰਨ ਮਲਾਇਓ। ਉਹ ਤਤ ਨੂੰ ਗ੍ਰਹਿਣ ਕਰਕੇ ਆਪਣੀ ਸੁਰਤ ਨੂੰ ਮਾਲਕ ਦੇ ਚਰਨਾਂ ਨਾਲ ਮਿਲਾਇਆ। ਨਾਨਕ ਕੁਲ ਨਿਮਲ ਅਵਤਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੁਲ, ਕੁਲ ਉਹੀ ਹੈ ਜੋਤ ਰੂਪ ਕਰਕੇ ਕਹਿ ਰਹੇ ਨੇ। ਉਹ ਕੁਲ ਨਿਮਲ ਦਾ ਅਰਥ ਹੈ ਨਿਰਮਲ, ਮੈਲ ਤੋਂ ਰਹਿਤ, ਜਿਹਨੂੰ ਮਾਰਗ ਵੀ ਕਿਹਾ ਭਾਈ ਗੁਰਦਾਸ ਜੀ ਨੇ। ਔਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਸੇ ਨੂੰ ਕਹਿ ਦਿੱਤਾ, ਉਸ ਮਾਰਗ ਨੂੰ ਕਹਿ ਦਿੱਤਾ ਕੁਲ। ਉਹਦੇ ਤੇ ਚੱਲਣ ਵਾਲੇ ਅਵਤਰਿਓ, ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਆਪ ਉਤਰੇ, ਆਪ ਉਹਦੇ 'ਚ ਪ੍ਰਵੇਸ਼ ਹੋ ਗਏ। ਅੰਗਦ ਲੈਣੇ ਸੰਗ ਹੋ, ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਗ ਕਰਕੇ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ, ਤੇ ਉਹਨਾਂ ਦਾ ਸੰਗ ਕਰਕੇ ਗੁਰੇ ਅਮਰਦਾਸ ਤਾਰਨ ਤਰਨ। ਧੰਨ ਗੁਰੂ ਅਮਰਦਾਸ ਮਹਾਰਾਜ ਆਪ ਤਰਨ ਜਹਾਜ਼, ਤੇ ਉਸ ਜਹਾਜ਼ ਤੇ ਨਾਮ ਦੇ ਤੇ ਜਿਹੜਾ ਬੈਠ ਜਾਂਦਾ ਜਪਦਾ ਹੈ,
ਉਹਨੂੰ ਤਾਰਨ ਵਾਲੇ ਹੋ, ਪਾਰ ਉਤਾਰਾ ਕਰਨ ਵਾਲੇ ਹੋ। ਜਨਮ ਜਨਮ ਪਾਸਰਨ ਤੋਂ ਮਹਾਰਾਜ ਤੋਂ ਤੁਹਾਡੀ ਔਰ ਸਰਨ ਪਾ ਪ੍ਰਾਪਤ ਕੀਤੀ, ਤੁਹਾਡੀ ਸਰਨ ਵਿੱਚ ਆਏ ਆ ਮਹਾਰਾਜ। ਜਨਮ ਜਨਮਾਂਤਰਾਂ ਦੇ ਗੇੜ ਵਿੱਚੋਂ ਕੱਢ ਦਿਓ, ਸਾਡਾ ਆਇਆ ਸਫਲਾ ਕਰ ਦਿਓ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਉਪਮਾ ਅੰਦਰ ਜੋ ਭੱਟਾਂ ਨੇ ਸਵਈਏ ਕਹੇ, ਤੀਜੇ ਗੁਰਦੇਵ ਜੀ ਦੀ ਉਪਮਾ ਅੰਦਰ ਸਤਿਗੁਰੂ ਦੀ ਰਹਿਮਤ ਸਦਕਾ ਤੁਸ਼ ਬੁੱਧੀ ਦੇ ਨਾਲ ਵਿਚਾਰ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਗਰੀਬ ਨਵਾਜ ਮਿਹਰ ਕਰਨ, ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਸਮੱਤ ਦਾ ਦਾਨ ਬਖਸ਼ਿਸ਼ ਕਰਨ। ਬਾਰ-ਬਾਰ ਗੁਰਬਾਣੀ ਅੰਦਰ ਇੱਕੋ ਗੱਲ ਆ ਰਹੀ ਹੈ, ਗੁਰੂ ਕੀ ਸੰਗਤ, ਗੁਰੂ ਦਾ ਨਾਮ ਜਪੋ, ਗੁਰੂ ਨਾਲ ਜੁੜੋ, ਗੁਰੂ ਦੇ ਦਾ ਲੜ ਪਕੜੋ। ਗੁਰੂ ਗੁਰੂ ਜਪੋਗੇ ਆਪਣੇ ਹਿਰਦੇ ਘਰ ਵਿੱਚ, ਬਾਹਰੀ ਘਰ ਵਿੱਚ ਦੁੱਖ ਚਲੇ ਜਾਣਗੇ। ਕੁੱਲ ਵਿੱਚੋਂ, ਪਰਿਵਾਰ ਵਿੱਚੋਂ ਇੱਕ ਵੀ ਨਾਮ ਜਪਣ ਵਾਲਾ ਹਿਰਦੇ 'ਚੋਂ ਸੱਚੀ ਮੁੱਚੀ ਹੋਇਆ ਨਾ, ਗੁਰੂ ਦੇ ਨਾਲ ਜੁੜਿਆ ਹੋਇਆ, ਉਹ ਆਪਣੀ ਕੁੱਲ ਦਾ ਪਾਰ ਉਤਾਰਾ ਕਰ ਲੈਂਦਾ ਜੇ। ਇਹ ਮੈਂ ਨਹੀਂ, ਇਹ ਆ ਤੁਹਾਡੇ ਸਾਹਮਣੇ ਜੋ ਭੱਟਾਂ ਨੇ ਕਿਹਾ ਕਿ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕੁੱਲ ਦਾ ਪਾਰ ਉਤਾਰਾ ਕਰ ਦਿੰਦੇ ਹੋ। ਮਹਾਰਾਜ ਮਿਹਰ ਕਰਨ। ਤੁਸ਼ ਬੁੱਧੀ ਨਾਲ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ। ਆਪ ਸਤਿਗੁਰੂ ਕੀ ਸੰਗਤ, ਸਤਿਗੁਰੂ ਬਖਸ਼ਣ ਜੋਗੋ, ਅੱਗੇ ਤੋਂ ਸ੍ਰੇਸ਼ਟ ਮਤ ਬੁੱਧ ਬਖਸ਼ਿਆ ਜੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਰਦਾਸ ਅੰਦਰ ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।